ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤੂੰ ਮਿੱਤਰ ਸਾਡਣਾ ਇੱਕ ਭੋਰੀ ਨਾ ਵਿਸਾਰ, ਯਾ ਭਾਈ ਮੁਦਾਤੜੀ ਨਿਤ ਹਿਰਦੇ ਰੱਖਾ ਸੁਮਾਨ। ਜਿਨ੍ਹਾਂ ਦਸੰਦਿਆਂ ਦੁਰਮਤ ਵੰਜੈ, ਜਿਨ੍ਹਾਂ ਦਸੰਦਿਆਂ ਦੁਰਮਤ ਵੰਜੈ। ਮਿੱਤਰ ਅਸਾਡੜੇ ਸਈ ਹੋਠ ਢੰਦੀ ਜਗ ਸਭਾਇਆ। ਜਨ ਨਾਨਕ ਬਿਰਲੇ ਕਈ। ਮੁਹਨ ਬਸਰੋ ਜੀ ਮੈਂ ਦਿਨ ਤੇਰਾ, ਮੈਂ ਦਿਨ ਤੇਰਾ। ਮੈਨੂੰ ਬਸਰੋ ਜੀ ਮੈਂ ਦਿਨ ਤੇਰਾ, ਮੈਂ ਦਿਨ ਤੇਰਾ। ਮੈਂ ਦਿਨ ਤੇਰਾ, ਮੈਂ ਦਿਨ ਤੇਰਾ। ਮੈਂ ਦਿਨ ਤੇਰਾ ਜੀ, ਮੈਂ ਦਿਨ ਤੇਰਾ। ਤੇਰਾ ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ। ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ। ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ। ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ। ਮੈਂ ਦਿਨ ਤੇਰਾ। कबीर मेरा मुझ में किश नहीं, जो किश है सो तेरा, तेरा तुझको सौंपते
क्या लगे मेरा संतन की मतराई देखी संतन की हिम्मत राई संतन की मतराई 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 देखी संतन की मतराई संतन की मतराई देखी संतन की मतराई देखी संतन की मतराई देखी संतन की मतराई देखी संतन की संतन की मतराई देखी संतन की मतराई देखी संतन की मतराई देखी संतन की मतराई संतन की मतराई देखी संतन की मतराई ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਜੱਗ ਛੱਡਦਾ ਜਿਉਂਦਿਆਂ ਨੂੰ ਮੋਇਆਂ ਦਾ ਵੀ ਸਾਥ ਜੱਗ ਛੱਡਦਾ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਸਾਥ ਨਿਭਾਉਂਦੇ ਨੇ ਜੱਗ ਛੱਡਦਾ ਜਿਉਂਦਿਆਂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਜੱਗ ਛੱਡਦਾ ਜਿਉਂਦਿਆਂ ਨੂੰ
ਮੇਰੇ ਪਿਆਰੇ ਜਗ ਛੱਡ ਚੁੰਦੀਆਂ ਨੂੰ ਪਿਆਰੇ ਜੀ ਦੁਨੀਆ ਛੱਡਦੀ ਜੁੰਦੀਆਂ ਨੂੰ ਜਗ ਛੱਡਦਾ ਜੁੰਦਿਆਂ ਵਾ 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 ਜਗ ਛੱਡੇ ਜੁੰਦਿਆਂ ਨੂੰ ਵੀ ਸਾਥ ਸਾਥੀ ਨਿਭਾਉਂਦੇ ਨੇ ਜਗ ਛੱਡ ਜੁੰਦੀਆਂ ਮੋਇਆ ਦਾ ਵੀ ਸਾਥ ਨਿਭਾਉਂਦੇ ਨੇ ਜਗ ਛੱਡ ਜੁੰਦੀਆਂ ਨੂੰ ਨਾਨਕ ਕੱਚੜਿਆ ਤੂੰ ਤੋੜ ਧੂੜ ਸੰਤ ਹੋ ਜਗੰਦੇ ਵਿਚੜਨ ਹੋ ਹੋਇਆ ਜਾਈ ਨ ਛੋੜ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਜਿੱਥੇ ਨਿਤ ਰੋਜ਼ ਦੇ ਸੁਭਾਅ ਦੇ ਮੁਤਾਬਕ ਆਪ ਜੀ ਮਾਈ ਭਾਈ ਸਾਰੇ ਹੀ ਦੂਰੋਂ ਨੇੜਿਓਂ ਗੁਰੂ ਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਕਾਫੀ ਸਮੇਂ ਤੋਂ ਗੁਰਬਾਣੀ ਹਰੀ ਜਪਸਰੀ ਕੀਰਤਨ ਸਰਵਨ ਕਰ ਰਹੇ ਹੋ ਗੁਰੂ ਕੀ ਸੰਗਤ ਸੰਸਾਰ ਦੀ ਪ੍ਰੀਤੀ ਸਿਰ ਮਾਇਆ ਤੱਕ ਹੀ ਹੈ ਮਨਮੁਖਾਂ केरी ਦੋਸਤੀ ਮਾਇਆ ਕਾ ਸੰਬੰਧ ਇੱਕ ਤਾਂ ਮੇਰੇ ਪਾਤਸ਼ਾਹ ਹੋਰ ਵੀ ਦੱਸਦੇ ਨੇ ਮਾਤ ਪਿਤਾ ਬੰਤਾ ਸੁਤ ਬੰਦਪ ਸਗਰੇ ਧਨ ਸਿਉ ਲਾਗੇ ਸਗਰੇ ਧਨ ਸਿਉ जब ही निरतन देखो जन को संग साथ छाड़ सब भाजे संग छाड़ सब भागे कहते माँ बाप भैन देखो बच्चा कम ना करे माँ बाप कहते तू नकारा न लैके कुछ नहीं करता बंदा कम ना करे घर वाली कहती घर लेटे रहिंदे हो माफ करना कोई काम करया करो काम किवें चलणगे मुक्कदी गल की गुरु की संगत घर वाली भैन भरा साख संबंधी मित्र प्यारे महाराज कहते कि सारे धन करके ही स्वार्थ करके ही अपने अपने स्वार्थ करके ही प्रेम करते हैं तेनू जब ही निरतन कहते ने गरीब नू जदों किसी नू कहते गरीब देखते ने उहदा साथ छड्ड के सारे ही दौड़ जाते हैं जगत में झूठी देखी प्रीत इत्थे मेरे पातशाह कहते ने दुनिया जिउंदे जी छड़ जाती है बन जाते हैं सब अपने जब जब पास होता है टूट जाता है गरीबी में जो रिश्ता खास होता है गुरु की संग जब बाणी पढ़ के वेखी सी रोज पढ़दे सुनिया सत संतोख ज्ञान सुनिया अठ सटका इस्नान सुनिया पढ़ पढ़ पावै मान सुनिया लागै सहज ध्यान नानक भगतां सदा विगास माफ करना गुरु की संगत गुरबाणी दे विच तां तुख आउंदी है
ਬਿਪ ਸੁਦਾਮਾ ਦਾਲਤੀ, ਬਾਲ ਸਿਖਾਈ ਮਿੱਤਰ ਸਦਾਏ। ਸੁਦਾਮਾ ਬਹੁਤ ਗਰੀਬ ਸੀ। ਇਹ ਬਾਣੀ ਹੈ ਜੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸੁਦਾਮਾ ਬਹੁਤ ਗਰੀਬ ਸੀ, ਪਰ ਦੂਜੇ ਪਾਸੇ ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਜਿੱਥੇ ਅਵਤਾਰ ਸਨ, ਮਾਫ ਕਰਨਾ, ਉੱਥੇ ਦਵਾਰਕਾਪੁਰੀ ਦੇ ਰਾਜੇ ਵੀ ਸਨ। ਇੱਕ ਐਸੀ ਪ੍ਰੀਤੀ ਵੀ ਦੇਖੀ ਹੈ। ਮਾਫ ਕਰਨਾ, ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਭਾਈ ਜੋਗਾ ਨਾ ਕਰਕੇ ਸਿੱਖ ਆਇਆ। ਗੁਰੂ ਸਿੱਖ ਦੀ ਭਾਵਨਾ ਦੇਖਦਾ, ਸਿੱਖ ਦਾ ਪਿਆਰ ਦੇਖਦਾ, ਸਿੱਖ ਦੀ ਸ਼ਰਧਾ ਦੇਖਦਾ। ਕਹਿੰਦੇ ਕਈ ਦਿਨ ਹੋ ਗਏ ਭਾਈ ਜੋਗੇ ਨੂੰ ਸੇਵਾ ਕਰਦੇ ਨੂੰ, ਮਰਦੇ ਚਰਨਾਂ ਜੋ ਮਰ ਬਚਨ ਕਰਦੇ ਪੂਰਾ ਕਰਨ ਦੀ ਕੋਸ਼ਿਸ਼ ਕਰਦਾ। ਇਹ ਕੁਦਰਤੀ ਗੱਲ ਹੈ, ਕਿਸੇ ਨੂੰ ਲੋਕ ਤਾਂ ਸੇਵਾ ਕਰਦੇ ਨੂੰ ਵੇਖ ਕੇ ਸੜੀ ਜਾਂਦੇ ਨੇ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਮੁੱਕਦੀ ਗੱਲ ਕੀ, ਸਾਧ ਸੰਗਤ ਜੀ ਨਾਲ ਦੇ ਸਿੱਖ ਭਾਈ ਜੋਗੇ ਨਾਲ ਨਾ ਦਵੈਸ਼ ਕਰਨ ਲੱਗੇ, ਈਰਖਾ ਕਰਨ ਲੱਗੇ, ਜੈਲਸ ਕਰਨ ਲੱਗੇ। ਮਹਾਰਾਜ ਦਸਵੇਂ ਪਾਤਸ਼ਾਹ ਆਰਾਮ ਕਰਨ ਵਾਸਤੇ ਲੇਟੇ ਹੋਏ ਨੇ, ਦੁਪਹਿਰ ਦਾ ਸਮਾਂ। ਇੱਕ ਸਿੱਖ ਬੋਲਿਆ, ਕਹਿੰਦਾ ਵੱਡਾ ਸਿੱਖ ਬਣਿਆ ਫਿਰਦਾ, ਵੱਡਾ ਪ੍ਰੇਮੀ ਬਣਿਆ ਫਿਰਦਾ, ਕੱਲ ਆਇਆ ਫਿਰਦਾ ਗੁਰੂ ਸਾਹਿਬ ਦੇ ਅੱਗੇ ਪਿੱਛੇ। ਦੂਜਾ ਸਿੱਖ ਕਹਿੰਦਾ ਭਾਈ ਜੋਗਾ ਉਸ ਸਮੇਂ ਗੁਰੂ ਸਾਹਿਬ ਦੇ ਚਰਨ ਦਬਾ ਰਿਹਾ ਸੀ। ਦੂਜਾ ਸਿੱਖ ਕਹਿੰਦਾ ਇਹਦੇ ਵਰਗੇ ਕਈ ਆਏ ਤੇ ਕਈ ਗਏ। ਤੀਜੇ ਨੂੰ ਕਿਹਾ ਵੀ ਮਾਰ ਦੇ ਮੂੰਹ ਤੇ 2 ਥੱਪੜ। ਚੌਥੇ ਨੂੰ 2 ਉਹਦੇ ਕੰਨ ਦੇ ਉੱਤੇ ਜੜ ਦਿੱਤੀਆਂ। ਜਿਵੇਂ ਮਾਂ ਬੱਚੇ ਦਾ ਦੁੱਖ ਨਹੀਂ ਸਹਿਣ ਕਰ ਸਕਦੀ, ਸਤਿਗੁਰੂ ਪਾਤਸ਼ਾਹ ਵੀ ਆਪਣੇ ਪਿਆਰੇ ਦਾ, ਪ੍ਰੇਮੀ ਦਾ ਦੁੱਖ ਸਹਿਣ ਨਹੀਂ ਕਰ ਸਕਦੇ। ਸਾਹਿਬ ਗੁਰੂ ਗੋਬਿੰਦ ਸਿੰਘ ਉੱਠ ਬੈਠੇ ਹੋਏ ਸਿੱਖਾਂ ਨੂੰ ਕਹਿੰਦੇ ਕੀ ਗੱਲ, ਭਾਈ ਜੋਗੇ ਨੂੰ ਮਾਰਿਆ ਕਿਉਂ ਹੈ, ਗਾਲੀ ਗਲੋਚ ਕਿਉਂ ਕੀਤਾ? ਸਿੱਖਾਂ ਨੇ ਆਖਿਆ ਮਹਾਰਾਜ ਇਹ ਕੋਈ ਤੁਹਾਡਾ ਬਹੁਤਾ ਸਿੱਖ ਹੈ, ਅਸੀਂ ਤੁਹਾਡੇ ਸਿੱਖ ਨਹੀਂ। ਇਹ ਕੋਈ ਤੁਹਾਡਾ ਬਹੁਤਾ ਸਿੱਖ ਹੈ, ਅਸੀਂ ਤੁਹਾਡੇ ਸਿੱਖ ਨਹੀਂ। ਮਹਾਰਾਜ ਕਹਿੰਦੇ ਸਿੱਖ ਤਾਂ ਤੁਸੀਂ ਵੀ ਹੋ, ਪਰ ਤੁਹਾਡੀ ਸਿੱਖੀ ਤੇ ਭਾਈ ਜੋਗੇ ਦੀ ਸਿੱਖੀ 'ਚ ਬੜਾ ਫਰਕ ਹੈ, ਬੜਾ ਅੰਤਰ ਆ, ਬੜਾ ਭੇਦ ਹੈ। ਕਹਿਣ ਲੱਗੇ ਸਿੱਖ ਕਹਿੰਦੇ ਮਹਾਰਾਜ ਫਿਰ ਉਹ ਜਿਹੜਾ ਅੰਤਰ ਹੈ, ਫਰਕ ਹੈ, ਕੱਢ ਕੇ ਦਿਖਾਈ ਦਿਓ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਆਪਣੇ ਪਰਦੇ ਆਪ ਯਾਰ ਨਹੀਂ ਕਰਵਾਈ ਦੇ। ਆਖਿਆ ਮਹਾਰਾਜ ਤੁਸੀਂ ਪਰਦੇ ਯਾਰ ਕਰਦੇ ਹੋ, ਘੱਟੋ ਘੱਟ ਸਾਨੂੰ ਪਤਾ ਤਾਂ ਲੱਗੇ ਵੀ ਸਾਡੀ ਸਿੱਖੀ ਤੇ ਭਾਈ ਜੋਗੇ ਦੀ ਸਿੱਖੀ 'ਚ ਕੀ ਫਰਕ ਹੈ। ਗੁਰੂ ਸਾਹਿਬ ਨੇ ਆਖਿਆ ਇੰਝ ਕਰੋ, 2 ਬਾਲਟੀਆਂ ਜਲਦੀਆਂ ਲੈ ਕੇ ਆਓ। ਜਦੋਂ 2 ਬਾਲਟੀਆਂ ਜਲਦੀਆਂ ਲਿਆਂਦੀਆਂ ਗਈਆਂ, ਕਹਿੰਦੇ 2 ਕਿਲੋ ਪਤਾਸੇ ਲਿਆਓ ਤੇ 2 ਕਿਲੋ ਲਿਆਓ ਬਜਰੀ। ਸਾਧ ਸੰਗਤ ਜਦੋਂ 2 ਕਿਲੋ ਬਜਰੀ ਲਿਆਂਦੀ ਗਈ, 2 ਕਿਲੋ ਪਤਾਸੇ ਲਿਆਂਦੇ ਗਏ। ਮਹਾਰਾਜ ਕਹਿੰਦੇ ਇੱਕ ਬਾਲਟੀ 'ਚ ਇਹ ਬਜਰੀ ਪਾ ਦਿਓ, ਕੰਕਰੀਟ ਪਾ ਦਿਓ, ਕਹਿ ਲਓ ਬਜਰੀ ਪਾ ਦਿਓ, ਦੂਜੀ ਬਾਲਟੀ ਦੇ ਵਿੱਚ ਪਾ ਦਿਓ ਪਤਾਸੇ। ਸਿੱਖਾਂ ਨੇ ਇਸੇ ਤਰ੍ਹਾਂ ਕੀਤਾ, ਇੱਕ ਬਾਲਟੀ 'ਚ ਪਤਾਸੇ, ਦੂਜੀ ਬਾਲਟੀ 'ਚ ਬਜਰੀ ਪਾਤੀ ਗਈ। ਦੋਵੇਂ ਬਾਲਟੀਆਂ ਇੱਕ ਪਾਸੇ ਰੱਖ ਦਿੱਤੀਆਂ ਗਈਆਂ। ਮਹਾਰਾਜ ਕਹਿੰਦੇ ਇੱਕ ਪਾਸੇ ਰੱਖ ਦਿਓ, ਜਦੋਂ ਕਹਾਂਗੇ ਉਦੋਂ ਲੈ ਕੇ ਆਇਓ। ਸਮਾਂ ਗੁਰਮੁਖੋ ਆਪਣੀ ਚਾਲ ਚੱਲਦਾ ਰਹਿੰਦਾ। ਮਾਫ ਕਰਨਾ ਗੁਰੂ ਕੀ ਸੰਗਤ, ਮਨ ਕਿੱਥੇ ਟਿਕਦਾ? ਬਹੁਤੇ ਲੋਕਾਂ ਦਾ ਖਿਆਲ ਹੈ ਕਿ ਸਾਡਾ ਮਨ ਨਹੀਂ ਟਿਕਦਾ, ਬਾਣੀ ਤੇ ਪੜ੍ਹਦੇ ਹਾਂ। ਬੱਚਾ ਰਾਤ ਨੂੰ ਬਿਮਾਰ ਪੈ ਜੇ, ਨੀਂਦ ਆਉਂਦੀ ਹੈ, ਬੋਲਦੇ ਨਹੀਂ। ਕੋਈ 10-20 ਹਜ਼ਾਰ ਰੁਪਈਏ ਦੀ ਘਰ ਦੇ ਵਿੱਚ ਚੋਰੀ ਹੋ ਜੇ, ਨੀਂਦ ਆਉਂਦੀ ਹੈ। ਮਾਫ ਕਰਨਾ ਖਾਲਸਾ ਜੀ, ਕਿਸੇ ਦਾ ਨੀਂਦ ਆਉਂਦੀ ਹੈ? ਉਹ ਪੈਸੇ ਨਾਲ ਪਿਆਰ ਹੈ, ਬੱਚੇ ਨਾਲ ਪਿਆਰ ਨਹੀਂ, ਇਸ ਕਰਕੇ ਨੀਂਦ ਨਹੀਂ ਆਉਂਦੀ। ਜੇ ਗੁਰੂ ਨਾਲ ਪਿਆਰ ਪੈ ਜਾਏ ਫਿਰ ਕਿੱਥੇ ਨੀਂਦ ਆਵੇਗੀ? ਖਾਲਸਾ ਜੀ ਤਿੰਨਾਂ ਫਰੀਦਾ, ਤਿੰਨਾਂ ਨੈਣ ਨਿੰਦਰਾਵਲੇ, ਉਹਨਾਂ ਅੱਖਾਂ ਦੇ ਵਿੱਚ ਨੀਂਦ ਕਿੱਥੇ ਰਹਿ ਜਾਂਦੀ ਜਿਹੜੇ ਅੱਠੋ ਪਰ ਭਜਨ ਕਰਦੇ ਨੇ। ਮਾਫ ਕਰਨਾ ਗੁਰੂ ਕੀ ਸੰਗਤ, ਨਾ ਤਾਂ ਉਗ ਨਾ ਭੁੱਖ ਹੈ, ਗੁਰਮਤੀ ਘਟ ਵਾਸ, ਉੱਥੇ ਅੰਮ੍ਰਿਤ ਵਰਸਦਾ ਮਨ ਚੜਿਆ 10ਵੇਂ ਆਕਾਸ਼। ਖਾਲਸਾ ਜੀ ਉੱਥੇ ਮਨ ਕਿੱਥੇ ਦੌੜਦਾ ਹੈ? ਖੈਰ ਜਦੋਂ ਉਹ ਪਾਣੀ ਦੀ ਦੋਵੇਂ ਬਾਲਟੀਆਂ ਇੱਕ ਪਾਸੇ ਰੱਖ ਦਿੱਤੀਆਂ ਗਈਆਂ, ਸਮਾਂ ਆਪਣੀ ਚਾਲ ਬੀਤਦਾ ਤੁਰਿਆ ਜਾਂਦਾ। ਇੱਕ ਪੈਰ ਦਾ ਸਮਾਂ ਗੁਜ਼ਰ ਗਿਆ, ਪੈਰ 3 ਘੰਟੇ ਦਾ ਮੰਨਿਆ। ਪਾਤਸ਼ਾਹ ਲੱਗੇ ਕਹਿਣ ਸਿੱਖਾਂ ਨੂੰ ਦੋਵੇਂ ਬਾਲਟੀਆਂ ਲੈ ਕੇ ਆਓ। ਜਦੋਂ ਦੋਵੇਂ ਬਾਲਟੀਆਂ ਲਿਆਂਦੀਆਂ ਗਈਆਂ, ਮਹਾਰਾਜ ਸਿੱਖਾਂ ਨੂੰ ਕਹਿੰਦੇ ਜਿਹੜੀ ਬਾਲਟੀ 'ਚ ਬਜਰੀ ਪਾਈ ਸੀ ਬਾਹਰ ਕੱਢ ਦਿਓ। ਜਦੋਂ ਬਜਰੀ ਬਾਹਰ ਕੱਢੀ ਗਈ, ਮੁੱਕਦੀ ਗੱਲ ਕੀ ਗੁਰੂ ਕੀ ਸੰਗਤ, ਮਹਾਰਾਜ ਨੇ ਪਤਾਸੇ ਵੀ ਬਾਹਰ ਕੱਢੋ। ਤੇ ਜਿਹੜੀ ਬਾਲਟੀ 'ਚ ਪਤਾਸੇ ਸਨ, ਪਤਾਸੇ ਕਿੱਥੇ ਨਿਕਲਣੇ ਸਨ ਬਾਹਰ? ਇੱਕ ਵਾਰੀ ਕਹਿ ਦਿਓ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਪਤਾਸੇ ਬਾਹਰ ਕੱਢੋ। ਸਿੱਖ ਲੱਗੇ ਕਹਿਣ ਮਾਰ ਪਤਾਸੇ ਤੇ ਬਾਹਰ ਨਹੀਂ ਜੇ ਨਿਕਲਣੇ, ਕਿਉਂਕਿ ਪਤਾਸੇ ਤੇ ਪਾਣੀ ਦੇ ਵਿੱਚ ਘੁਲ ਮਿਲ ਕੇ ਪਾਣੀ ਦਾ ਰੂਪੀ ਬਣ ਗਿਆ ਨੇ, ਤੇ ਬਜਰੀ ਤੇ ਪਾਣੀ 'ਚ ਨਹੀਂ ਘੁਲ ਸਕੀ। ਗੁਰੂ ਸਾਹਿਬ ਕਹਿੰਦੇ ਦੇਖ ਲਓ ਬਜਰੀ ਵੀ ਪਾਣੀ 'ਚ ਤੇ ਪਤਾਸੇ ਵੀ ਪਾਣੀ 'ਚ ਨੇ। ਮਾਫ ਕਰਨਾ, ਗੀਤਾ ਦੇ ਵਿੱਚ ਇੱਕ ਸ਼ਲੋਕ ਆਉਂਦਾ, ਆਪਾਂ ਤਾਂ ਐਵੇਂ ਗਾਲਾਂ ਕੱਢੀ ਜਾਂਦੇ ਆ। ਬਾਣੀ 'ਚ ਕਿਹਾ ਧੰਨ ਧੰਨ ਤੂੰ ਮਾਤਾ ਦੇਵਕੀ ਜੇ ਗ੍ਰਹਿ ਆਏ ਸ਼੍ਰੀ ਕਮਲਾਪਤੀ। ਉਸ ਸ਼ਲੋਕ ਦੇ ਵਿੱਚ ਅਰਜਨ ਨੂੰ ਕ੍ਰਿਸ਼ਨ ਭਗਵਾਨ ਉਪਦੇਸ਼ ਦਿੰਦੇ ਕਹਿ ਰਹੇ ਨੇ, ਕਹਿੰਦੇ ਨੇ ਕਲਯੁਗ ਦੇ ਵਿੱਚ ਕਹਿੰਦੇ ਪਰਮੇਸ਼ਰ ਆਪ ਆਵੇਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿੰਦੇ 10 ਸਰੂਪਾਂ ਦੇ ਵਿੱਚ ਪਰਮੇਸ਼ਰ ਆਪ ਆਵੇਗਾ। ਮੁੱਕ ਦੀ ਗੱਲ ਕਿ ਸਹਿਸਕ੍ਰਿਤੀ ਦਾ ਸ਼ਲੋਕ ਹੈ, ਕਿਤੇ ਮੌਕਾ ਬਣਿਆ ਤੇ ਆਪ ਜੀ ਨਾਲ ਗੱਲ ਕਰਾਂਗੇ। ਪਰ ਕਹਿੰਦੇ ਨੇ ਉਹ 10 ਗੁਰੂ ਮਿਲ ਕੇ, ਉਹ ਗੁਰੂ ਅਵਤਾਰ ਹੋਏਗਾ, 10 ਗੁਰੂ ਮਿਲ ਕੇ ਨਾ ਇੱਕ ਗ੍ਰੰਥ ਉਚਾਰਨ ਕਰਨਗੇ, ਤਿਆਰ ਕਰਨਗੇ। ਉਹ ਗ੍ਰੰਥ ਕਹਿ ਲਓ, ਅੱਜ ਗ੍ਰੰਥ ਕੀ ਦੇਖਿਆ ਉੱਥੇ, ਉਹ ਗ੍ਰੰਥ ਤਿਆਰ ਕਰਨਗੇ। ਉਸ ਗ੍ਰੰਥ ਤੋਂ ਬਾਅਦ ਕੋਈ ਗ੍ਰੰਥ ਨਹੀਂ ਹੋਵੇਗਾ ਜਿਹੜਾ ਉਸ ਗ੍ਰੰਥ 'ਚ ਹੋਵੇਗਾ ਉਹ ਕਿਸੇ ਗ੍ਰੰਥ 'ਚ ਨਹੀਂ ਹੋਵੇਗਾ। ਉਹ ਗ੍ਰੰਥ ਕਿਹੜਾ? ਉਹ ਗੁਰੂ ਗ੍ਰੰਥ ਸਾਹਿਬ ਹੈ ਖਾਲਸਾ ਜੀ। ਉਹ ਗ੍ਰੰਥ ਕਿਹੜਾ ਜਿਹੜਾ ਕਿ ਮਾਫ ਕਰਨਾ ਗੁਰੂ ਕੀ ਸੰਗਤ ਜਰਾ ਧਿਆਨ ਦੇਣ ਵਾਲੀ ਗੱਲ ਹੈ। ਉਹ ਗ੍ਰੰਥ ਕਿਹੜਾ? ਉਹ ਗੁਰੂ ਗ੍ਰੰਥ ਸਾਹਿਬ ਹੈ। ਮਾਫ ਕਰਨਾ ਗੁਰੂ ਕੀ ਸੰਗਤ ਜਰਾ ਧਿਆਨ ਦੇਣਾ ਪਵੇਗਾ। ਵਿਚਾਰ ਚੱਲ ਪਈ ਹੈ ਭਾਈ ਗੁਰਦਾਸ ਜੀ ਦੀ ਵਾਰ। ਮਾਫ ਕਰਨਾ ਰੋਜ਼ ਕਈ ਵਾਰੀ ਮਹੀਨੇ 'ਚ 1-2 ਵਾਰੀ ਜ਼ਰੂਰ ਆਉਂਦੀ ਹੈ। ਹਰਜੂ ਛੋੜ ਸਿੰਘਾਸਣ ਆਏ, ਹਰਿਮੰਦਰ ਸਾਹਿਬ ਤੋਂ ਹੁੰਦੀ ਹੈ, ਕਿਤੇ ਕੀਰਤਨ ਸੁਣਿਆ ਕਰੋ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਹਰਜੂ ਛੋੜ ਸਿੰਘਾਸਣ ਆਏ। ਪਰ ਇੱਥੇ ਜਰਾ ਧਿਆਨ ਦੇਣ ਵਾਲੀ ਗੱਲ ਹੈ, ਗੁਰੂ ਸਾਹਿਬ ਲੱਗੇ ਕਹਿਣ ਸਿੱਖਾਂ ਨੂੰ, ਕਹਿੰਦੇ ਪ੍ਰੇਮੀਓ ਜਿਵੇਂ ਬਜਰੀ ਵੀ ਪਾਣੀ 'ਚ ਹੈ, ਪਤਾਸੇ ਵੀ ਪਾਣੀ 'ਚ ਨੇ, ਜੋ ਭਾਈ ਜੋਗਾ ਵੀ ਸਾਡੇ ਚਰਨਾਂ 'ਚ, ਤੁਸੀਂ ਵੀ ਸਾਡੇ ਚਰਨਾਂ 'ਚੋਂ। ਜਿਵੇਂ ਬਜਰੀ ਪਾਣੀ ਦੇ ਵਿੱਚ ਰਹਿ ਕੇ ਪਾਣੀ 'ਚ ਘੁਲ ਮਿਲ ਕੇ ਪਾਣੀ ਦਾ ਰੂਪ ਨਹੀਂ ਬਣ ਸਕੀ, ਇਵੇਂ ਤੁਸੀਂ ਸਾਡੇ ਚਰਨਾਂ ਦੇ ਵਿੱਚ ਰਹਿੰਦੇ ਹੋਏ ਨਾ ਸਾਡੇ ਵਿੱਚ ਘੁਲ ਮਿਲ ਕੇ ਸਾਡਾ ਰੂਪ ਨਹੀਂ ਬਣ ਸਕੇ। ਪਰ ਕਹਿੰਦੇ ਜਿਵੇਂ ਬਜਰੀ ਪਾਣੀ ਦੇ ਵਿੱਚ ਘੁਲ ਮਿਲ ਕੇ ਪਾਣੀ, ਮਾਫ ਕਰਨਾ ਪਤਾਸੇ ਪਾਣੀ ਦੇ ਵਿੱਚ ਘੁਲ ਮਿਲ ਕੇ, ਮੁੱਕਦੀ ਗੱਲ ਕਿ ਪਾਣੀ ਦਾ ਰੂਪ ਬਣ ਗਏ ਨੇ। ਕਦੀ ਸੱਜਣੋ ਬਾਣੀ ਵਿਚਾਰਿਆ ਕਰੀਏ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸੰਤੋਖੀ ਬੰਦਾ ਉਹਦੇ ਲਈ ਮੰਗਣਾ ਬੜਾ ਔਖਾ ਖਾਲਸਾ, ਬਹੁਤ ਔਖਾ ਮੰਗਣਾ ਸੰਤੋਖੀ ਬੰਦੇ ਵਾਸਤੇ। ਤਤੇ ਮਹਾਰਾਜ ਕਿਹਾ ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਰਸੜ ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਾਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ। ਮਾਫ ਕਰਨਾ ਗੁਰੂ ਕੀ ਸੰਗਤ ਕਹਿੰਦੇ ਇੱਥੇ ਪਾਤਸ਼ਾਹ ਕਹਿੰਦੇ ਜਿਵੇਂ ਬਜਰੀ ਪਾਣੀ ਦੇ ਵਿੱਚ ਘੁਲ ਮਿਲ ਕੇ ਪਾਣੀ ਦਾ ਰੂਪ ਨਹੀਂ ਬਣ ਸਕੀ, ਤੁਸੀਂ ਸਾਡੇ ਚਰਨਾਂ ਵਿੱਚ ਰਹਿੰਦੇ ਸਾਡੇ ਵਿੱਚ ਘੁਲ ਮਿਲ ਕੇ ਸਾਡਾ ਰੂਪ ਨਹੀਂ ਬਣ ਸਕੇ। ਜਿਵੇਂ ਪਤਾਸੇ ਪਾਣੀ ਦੇ ਵਿੱਚ ਘੁਲ ਮਿਲ ਕੇ ਨਾ ਪਾਣੀ ਦਾ ਰੂਪ ਬਣ ਗਿਆ ਨਾ, ਇਵੇਂ ਭਾਈ ਜੋਗਾ ਸਾਡੇ 'ਚ ਘੁਲ ਮਿਲ ਕੇ ਸਾਡਾ ਹੀ ਰੂਪ ਬਣ ਗਿਆ ਹੈ ਖਾਲਸਾ ਜੀ। ਮੁੱਕਦੀ ਗੱਲ ਕੀ ਦੁਆਪਰ ਯੁੱਗ ਦਾ ਸਮਾਂ, ਯੁੱਗ ਯੁੱਗ ਆਪੋ ਆਪਣਾ ਧਰਮ ਹੈ। ਸਤਯੁਗ ਸੱਤ ਇਹ ਬਾਣੀ ਹੈ। ਸਤਯੁਗ ਤ੍ਰੇਤਾ ਜੱਗੀ, ਤ੍ਰੇਤਾ ਸਤਯੁਗ ਦੇ ਵਿੱਚ ਸੱਤ ਪ੍ਰਧਾਨ ਸੀ, ਤ੍ਰੇਤਾ ਯੁੱਗ 'ਚ ਜਗ ਪ੍ਰਧਾਨ ਸਨ। ਦੁਆਪਰ ਪੂਜਾ 4, तीनों जुग तीनों दरड़े, कल केवल नाम आधार। तिन्ने जुग कहते अपनी थां ते ठीक ने, पर कल युग दे विच कहते नाम नूं प्रधानगी दित्ती। मेरे सतगुरु नानक दे महाराज नानक कह घर केवल नाम, नानक कह घर केवल नाम। कहते ने इत्थे की कहते भाई साहब कहते ने माफ करना, इत्थे पातशाह कहते ने माफ करना। इत्थे पातशाह कहते ने कि बिप सदामा ताल दी बाल सिखाई मित्र सधाए। वो द्वापर युग दे अवतार ने, वो एक गरीब पंडित दा लड़का, पर वो समय दा अवतार है, पर वो समय दा एक संतोखी पुरुष है खालसा जी। एक बारी कह दो वाहिगुरू। कहते ने एक माफ करना खालसा जी, रंगू ते मंगू गुरु अमरदास मार दे सिख होए ने दो। जे मन दे विच झाती मारीए, जे सिख नूं सिक्खी दा पता लग जाए तो रिश्वत लऊगा। सिख नूं सिख दा सिक्खी पता लग जाए भी जिहड़ा पराया हक खांदा आ हाल हुंदा,
ਘਾਲ ਖਾਏ ਕਿਸ ਹੱਥੋਂ ਤੇ ਨਾਨਕ ਰਾਹ ਪਛਾਣੇ ਸੇ। ਕਹਿੰਦੇ ਰੰਗੂ ਮੰਗੂ ਗੁਰੂ ਅਮਰਦਾਸ ਮਾਰ ਦੇ ਸਿੱਖ ਹੋਏ ਨੇ। ਪੈਰਾਂ ਦੇ ਵਿੱਚ ਜੁੱਤੀਆਂ ਨਹੀਂ, ਸਰਦੀ ਦੀ ਰੁੱਤ ਹੈ, ਕੱਪੜੇ ਫਟੇ ਪੁਰਾਣੇ ਨੇ, ਗੁਰੂ ਕੇ ਸਿੱਖ ਤੁਰੇ ਜਾਂਦੇ ਨੇ। ਅੱਗੇ ਕਹਿੰਦੇ ਰਸਤੇ ਦੇ ਵਿੱਚ ਇੱਕ ਲਾਲ ਪਿਆ 7 ਪਾਤਸ਼ਾਹੀਆਂ ਕੀਮਤ ਰੱਖਣ ਵਾਲਾ, 7 ਪਾਤਸ਼ਾਹੀਆਂ ਕੀਮਤ ਰੱਖਣ ਵਾਲਾ ਇੱਕ ਲਾਲ ਪਿਆ ਰਸਤੇ ਦੇ ਵਿੱਚ। ਕਹਿੰਦੇ ਨੇ ਰੰਗੂ ਵੱਡਾ ਸੀ ਤੇ ਮੰਗੂ ਛੋਟਾ ਸੀ। ਰੰਗੂ ਨੇ ਕਹਿੰਦੇ ਨੇ ਮਾਫ ਕਰ, ਐਵੇਂ ਥੋੜਾ ਕਿਹਾ, ਸਾਰੇ ਪੜਿਆ ਕਰੋ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਸੋਨੇ ਨੂੰ ਮਿੱਟੀ ਸਮਝਣਾ, ਬੱਲੇ ਬੱਲੇ ਤਾਂ ਬੜੀ ਔਖੀ ਗੱਲ ਹੈ। ਕਬੀਰ ਜੀ ਤੁਰ ਜਾਂਦੇ ਨੇ ਕਿਸੇ ਸਮੇਂ, ਜਾਂਦੇ ਕਹਿੰਦੇ ਜਾਂਦੇ ਜਾਂਦੇ ਕੋਈ ਸੋਨੇ ਦੀਆਂ ਮੋਹਰਾਂ ਪਈਆਂ ਨੇ, ਕਬੀਰ ਜੀ ਅੱਗੇ ਨੂੰ ਤਾਂ ਲੋਈ ਪਿੱਛੇ ਹੈ। ਕਬੀਰ ਜੀ ਨੇ ਪੈਰ ਮਾਰਿਆ, ਕੱਟੇ ਅੱਗੇ ਕੱਚੇ ਰਾਹ ਹੁੰਦੇ ਸਨ, ਪੈਰ ਮਾਰ ਕੇ ਸੋਨੇ ਦੀਆਂ ਮੋਹਰਾਂ ਦੇ ਉੱਤੇ ਮਿੱਟੀ ਪਾਤੀ ਤੇ ਲੋਈ ਪਿੱਛੇ ਸੀ। ਕਹਿਣ ਲੱਗੀ ਮਾਰਾ ਪੈਰ ਕਿਉਂ ਮਾਰਿਆ? ਲੋਈ ਦੇ ਮਨ ਦੀ ਇਹ ਅਵਸਥਾ ਸੀ, ਇੱਕ ਵਾਰੀ ਕਹਿ ਦੇ ਬਾਹਰ। ਕਬੀਰ ਜੀ ਲੱਗੇ ਕਰਨ ਲੋਈ ਕੋਈ ਖਾਸ ਗੱਲ ਨਹੀਂ ਕਹਿੰਦੀ, ਮਾਰੇ ਤਾਂ ਖਾਸ ਗੱਲ ਕਿਉਂ ਨਹੀਂ, ਤੁਸੀਂ ਪੈਰ ਕਿਉਂ ਮਾਰੇ? ਕਹਿਣ ਲੱਗੇ ਤਾਂ ਸੋਨੇ ਦੀਆਂ ਮੋਹਰਾਂ ਪਈਆਂ ਸਨ। ਮੈਂ ਸੋਚਿਆ ਵੀ ਇਸਤਰੀ ਜਾਤੀ ਦਾ ਸੋਨੇ ਗਹਿਣਿਆਂ ਨਾਲ ਪਿਆਰ ਹੁੰਦਾ, ਕਿਤੇ ਨਾ ਮੋਹਰਾਂ ਨੂੰ ਵੇਖ ਕੇ ਤੇਰਾ ਮਨ ਲੁਭਾਏ ਮਨ ਨਾ ਹੋ ਜੇ। ਮੈਂ ਪੈਰ ਮਾਰਿਆ ਤੇ ਮਿੱਟੀ ਪਾਤੀ ਸੋਨੇ ਦੇ ਉੱਤੇ, ਉਹਨਾਂ ਮੋਹਰਾਂ ਦੇ ਉੱਤੇ ਮਿੱਟੀ ਪਾਤੀ ਤੇ ਲੋਈ ਕਹਿੰਦੀ ਅਫਸੋਸ, ਕਹਿੰਦੀ ਅਫਸੋਸ ਪਤੀ ਦੇਵ, ਅਜੇ ਤੁਹਾਨੂੰ ਮਿੱਟੀ ਤੇ ਸੋਨੇ 'ਚ ਫਰਕ ਨਜ਼ਰ ਆਉਂਦਾ? ਖਾਲਸਾ ਜੀ, ਅਜੇ ਤੁਹਾਨੂੰ ਮਿੱਟੀ ਤੇ ਸੋਨੇ 'ਚ ਫਰਕ ਨਜ਼ਰ ਆਉਂਦਾ? ਮੁੱਕਦੀ ਗੱਲ ਕੀ ਗੁਰੂ ਕੀ ਸੰਗਤ ਭਗਤ ਕਬੀਰ ਜੀ ਨੇ, ਤਦ ਭਗਤ ਕਬੀਰ ਨੂੰ ਕਿਸੇ ਨੇ ਪੁੱਛਿਆ ਸੀ ਗ੍ਰਸਤ ਜੀਵਨ ਚੰਗਾ ਕਿ ਮਾੜਾ? ਇੱਕ ਵਾਰੀ ਕਹਦੇ ਬਾਹਰ। ਤੇ ਭਗਤ ਕਬੀਰ ਨੇ ਆਖਿਆ ਸੀ ਗ੍ਰਸਤ ਜੀਵਨ ਹੈ ਤੇ ਚੰਗਾ, ਪਰ ਲੋਈ ਕਰਕੇ। ਗ੍ਰਸਤ ਜੀਵਨ ਹੈ ਤੇ ਚੰਗਾ, ਪਰ ਲੋਈ ਕਰਕੇ। ਮੁੱਕਦੀ ਗੱਲ ਕੀ ਖਾਲਸਾ ਜੀ, ਜਰਾ ਇੱਧਰ ਨੂੰ ਚੱਲੀਏ, ਸਮਾਂ ਥੋੜਾ ਕੋਈ ਗੱਲ ਜ਼ਿਆਦਾ ਕਰਨੀ। ਤੇ ਰੰਗੂ ਵੱਡਾ ਸੀ, ਮੰਗੂ ਛੋਟਾ ਸੀ। ਰੰਗੂ ਨੇ ਮਾਰਿਆ ਪੈਰ ਤੇ ਲਾਲ ਦੇ ਉੱਤੇ ਨਾ ਮਾਫ ਕਰਨਾ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ। ਮੰਗੂ ਅੱਗੇ ਵਧਿਆ, ਕਹਿੰਦਾ ਭਰਾਵਾ ਇੱਥੇ ਲੱਤ ਕਿਉਂ ਮਾਰੀ, ਪੈਰ ਕਿਉਂ ਮਾਰਿਆ? ਆਖਿਆ ਭਰਾਵਾ ਕੋਈ ਖਾਸ ਗੱਲ ਨਹੀਂ, ਇੱਥੇ ਇੱਕ ਲਾਲ ਪਿਆ ਸੀ ਤੇ ਮੈਂ ਸੋਚਿਆ ਵੀ ਕਿਤੇ ਮੰਗੂ ਮਾਫ ਕਰਨਾ, ਮੰਗੂ ਇਸ ਲਾਲ ਨੂੰ ਵੇਖ ਕੇ, ਇਸ ਲਾਲ ਨੂੰ ਵੇਖ ਕੇ ਨਾ ਕਿਤੇ ਮੰਗੂ ਦਾ ਮਨ ਨਾ ਡੋਲ ਜਾਏ, ਲੁਭਾਏ ਮਨ ਨਾ ਹੋ ਜੇ। ਤੇ ਮੰਗੂ ਰੋਣ ਲੱਗ ਪਿਆ। ਰੰਗੂ ਪੁੱਛਦਾ ਮੰਗੂ ਰੋਇਆ ਕਿਉਂ? ਉਹ ਮੰਗੂ ਕਹਿੰਦਾ ਗੁਰੂ ਅਮਰਦਾਸ ਮਾਰ ਦੀ ਸੰਗਤ ਕਰਕੇ। ਉਹ ਵੀਰ ਰੰਗੂ ਤੈਨੂੰ ਅਜੇ ਲਾਲ ਤੇ ਮਿੱਟੀ 'ਚ ਫਰਕ ਨਜ਼ਰ ਆਉਂਦਾ? ਇਹ ਤਾਂ ਅਜੇ ਵੀ ਤੈਨੂੰ ਲਾਲ ਤੇ ਮਿੱਟੀ 'ਚ ਫਰਕ ਨਜ਼ਰ ਆਉਂਦਾ? ਕਹਿੰਦੇ ਨਾ ਹੁਣ ਰੰਗੂ ਰੋਣ ਲੱਗ ਪਿਆ। ਮੰਗੂ ਨੇ ਪੁੱਛਿਆ ਭਰਾ ਰੰਗੂ ਕਿਉਂ ਰੋਣਾ? ਰੰਗੂ ਨੇ ਆਖਿਆ ਭਰਾਵਾ ਭਾਵੇਂ ਉਮਰ ਕਰਕੇ ਤੂੰ ਮੈਥੋਂ ਛੋਟਾ, ਪਰ ਮਨ ਦੀ ਅਵਸਥਾ ਤੇਰੀ ਮੇਰੇ ਨਾਲ ਕਰੋੜਾਂ ਗੁਣਾ ਅੱਗੇ ਚਲੀ ਗਈ ਹੈ। ਬਾਣੀ ਦੇ ਵਿੱਚ ਤੁਕ ਆਉਂਦੀ ਹੈ, ਦਾਵੇ ਦਾਜ ਨਾ ਹੋਤ ਹੈ, ਦਾਵੇ ਦਾਜ ਨਾ ਨਿਰਦਾਵੇ ਰਹੇ ਨਿਸੰਗ। ਕਹਿੰਦੇ ਨੇ ਮਾਫ ਕਰਨਾ ਜਿਹੜੇ ਬੰਦੇ ਬੇਮੁਹਤਾਜਤ ਦੇ, ਕਹਿੰਦੇ ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ। ਕਹਿੰਦੇ ਜੋ ਨਰ ਮਾਫ ਕਰਨਾ ਜੋ ਜਨ ਨਿਰਦਾਵੇ ਰਹੇ। ਕਹਿੰਦੇ ਨੇ ਜਿਹੜਾ ਬੰਦਾ ਬੇਮੁਹਤਾਜ ਹੋ ਕੇ ਦੁਨੀਆ ਤੇ ਰਹਿੰਦਾ, ਕਹਿੰਦੇ ਗਣੇ ਇੰਦਰ ਕੋ ਰੰਕ, ਗਣੇ ਇੰਦਰ ਕੋ ਰੰਕ। ਇੰਦਰ ਕਹਿੰਦੇ ਨੇ ਸਵਰਗਾਂ ਦੇ ਰਾਜੇ ਇੰਦਰ ਨੂੰ। ਕਹਿੰਦੇ ਜਿਹੜੇ ਬੰਦੇ ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ। ਕਹਿੰਦੇ ਨੇ ਜਿਹੜੇ ਬੰਦੇ ਨਿਰਦਾਵੇ ਬੇਮੁਹਤਾਜੇ ਹੋ ਕੇ ਰਹਿੰਦੇ ਨੇ, ਜਿਹੜਾ ਨਿਰਦਾਵੇ ਦਿਨ ਕੱਟਦਾ ਉਹ ਤਾਂ ਇੰਦਰ ਨੂੰ ਕੰਗਾਲ ਜਾਣਦਾ। ਕੱਟੂ ਦੇ ਕੰਗਾਲ ਜਾਣਦਾ।
ਉਹ ਤਾਂ ਕਹਿੰਦੇ ਸਵਰਗਾਂ ਦੇ ਰਾਜੇ ਇੰਦਰ ਨੂੰ ਵੀ ਕੰਗਾਲ ਸਮਝਦੇ, ਕੰਗਾਲ। ਮੁੱਕਦੀ ਗੱਲ ਕੀ, ਰੰਗੂ ਰੋਣ ਲੱਗ ਪਿਆ, ਆਖਿਆ ਭਰਾਵਾ ਮੰਗੂ, ਭਾਵੇਂ ਤੂੰ ਉਮਰ ਕਰਕੇ ਮੇਰੇ ਤੋਂ ਛੋਟਾ, ਪਰ ਮਨ ਦੀ ਅਵਸਥਾ ਤੇਰੀ ਮੇਰੇ ਤੋਂ ਕਰੋੜਾਂ ਗੁਣਾ ਅੱਗੇ ਹੈ। ਕਹਿੰਦੇ ਨੇ ਜਦੋਂ ਲੰਘ ਗਿਆ ਤੇ ਪਿੱਛੇ ਕੋਈ ਮਹਾਤਮਾ ਤੁਰੇ ਜਾਂਦੇ ਨੇ, ਕਮਾਈ ਵਾਲੇ ਮਹਾਤਮਾ। ਜਦੋਂ ਤੁਰੇ ਜਾਂਦੇ ਨੇ, ਗੁਰੂ ਕਿਸੇ ਤੋਂ ਮਹਾਂਪੁਰਖਾਂ ਨੇ ਦੇਖਿਆ ਵੀ ਰਸਤੇ ਦੇ ਵਿੱਚ ਲਾਲ ਪਿਆ, ਉਹਨੇ ਚੱਕ ਲਿਆ, ਚਲੋ ਬਈ ਕਿਸੇ ਗਰੀਬ ਨੂੰ ਦੇ ਛੱਡਾਂਗੇ। ਭੁੱਖਾ ਰੱਜਾ ਕੌਣ ਹੈ? ਜਿਹੜਾ ਮਾਫ ਕਰਨਾ ਗੁਰੂ ਕਿਸਨ, ਜਿਹੜਾ ਨਾਮ ਜਪਦਾ ਨਾ, ਭਜਨ ਕਰਦਾ ਬੰਦਾ ਰੱਜਾ। ਤੇ ਭੁੱਖਾ ਕੌਣ ਹੈ? ਜਿਹਦੇ ਝਾਤੀ ਮਾਰ ਕੇ ਦੇਖ ਲੋ ਖਾਲਸਾ ਜੀ, ਮਰਦੇ ਦਮ ਤੱਕ ਮਾਇਆ ਮਨੋ ਨ ਬਿਸਰੈ, ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵੀ, ਨਾਨਕ ਨਹੀਂ ਕਰਮ। ਤੇ ਮਹਾਤਮਾ ਕਿੱਥੇ ਪੁੱਜੋ ਨਾ, ਚੱਕ ਲਿਆ ਕਿਸੇ ਗਰੀਬ ਨੂੰ ਦੇ ਦਿਆਂਗੇ। ਅੱਗੇ ਚੌਂਕ ਦੇ ਵਿੱਚ ਰੰਗੂ ਤੇ ਮੰਗੂ ਖੜੇ ਨੇ, ਗਰੀਬਾਂ ਦੇ ਚੌਂਕ ਜਿਹਨੂੰ ਲੇਬਰ ਚੌਂਕ ਕਹਿੰਦੇ ਨੇ। ਮਾਫ ਕਰਨਾ ਕੰਮ ਦੀ ਇੰਤਜ਼ਾਰ ਕਰ ਰਹੇ ਨੇ। ਇਧਰੋਂ ਕਹਿੰਦੇ ਮਹਾਂਪੁਰਖਾਂ ਦੀ ਨਜ਼ਰ ਪਈ, ਸੋਚਿਆ ਵੀ ਇਹ ਗੁਰੂ ਅਮਰਦਾਸ ਗੁਰੂ ਸਾਹਿਬ ਦੇ ਸਿੱਖ ਨੇ, ਇਹ ਲਾਲ ਨਾ ਇਹਨਾਂ ਨੂੰ ਦੇ ਦਿੰਦੇ ਆ। ਆਵਾਜ਼ ਦਿੱਤੀ, ਰੰਗੂ ਨੇ ਆਖਿਆ ਮੰਗੂ ਮਹਾਂਪੁਰਖ ਨੇ ਕੋਈ ਨਾ ਕੰਮ ਕਰਾਉਣਾ ਹੋਣਾ, ਅੱਜ ਨਹੀਂ ਦਿਹਾੜੀ ਦੇ ਨਾਂ ਸੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅੱਜ ਦਾ ਦਿਨ ਮਹਾਂਪੁਰਸ਼ਾਂ ਦੇ ਲੇਖੇ ਲਾ ਦੇਣੇ। ਜਦੋਂ ਅੱਗੇ ਵਧੇ ਤੇ ਆਖਿਆ ਰੰਗੂ ਤੇ ਮੰਗੂ, ਮੈਂ ਤੁਹਾਨੂੰ ਇੱਕ ਲਾਲ ਦੇਣਾ ਚਾਹੁੰਦਾ। ਆਖਿਆ ਕਿਉਂ? ਆਖਿਆ ਮੈਨੂੰ ਇੱਕ ਲਾਲ ਮਿਲਿਆ, ਇੱਕ ਲਾਲ ਮਿਲਿਆ, ਮੈਂ ਚਾਹੁੰਦਾ ਕਿ ਤੁਸੀਂ ਗਰੀਬ ਹੋ। ਤੁਹਾਨੂੰ ਕਹਿੰਦੇ, ਤੁਹਾਨੂੰ ਕੌਣ ਕਹਿੰਦਾ? ਤੁਹਾਨੂੰ ਕੌਣ ਕਹਿੰਦਾ ਸੀ ਗਰੀਬ ਆ? ਜਿਸ ਨੂੰ ਬਖਸ਼ੇ ਸਿਫਤ ਸਲਾਹ, ਸਾਰੇ ਪੜਿਆ ਕਰੋ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਹਿੰਦੇ ਨੇ ਮਹਾਤਮਾ ਜੀ, ਤੁਹਾਨੂੰ ਕੌਣ ਕਹਿੰਦਾ ਸੀ ਗਰੀਬ ਆ? ਗੁਰੂ ਦਾ ਸਿੱਖ ਤੇ ਕਦੀ ਗਰੀਬ ਹੁੰਦਾ ਹੀ ਨਹੀਂ। ਆਖਿਆ ਮੁੱਕਦੀ ਗੱਲ ਕੀ? ਆਖਿਆ ਜੇ ਮਹਾਰਾਜ ਨੇ ਭਾਗ ਲਾਉਣਾ ਹੋਇਆ ਤਾਂ ਸਾਡੀ ਕਿਰਤ ਨੂੰ ਭਾਗ ਲਾਉਣਗੇ। ਤੇ ਜੇ ਤੁਸੀਂ ਆਖੋ ਵੀ ਅਸੀਂ ਲਾਲ ਰੱਖੇ ਤੇ ਲਾਲ ਨਹੀਂ ਰੱਖਣਾ, ਪਰ ਜੇ ਤੁਸੀਂ ਦੇਣਾ ਹੀ ਆ ਨਾ, ਇਹ ਕਿਸੇ ਕੰਗਾਲ ਨੂੰ ਦੇ ਦਿਓ। ਕੰਗਾਲ ਨੂੰ, ਉਹਦੇ ਕੰਗਾਲ, ਉਹ ਕੰਗਾਲ ਕਿੱਥੇ ਆ? ਸ਼ਹਿਰ ਦਾ ਕਰੋੜਾਪਤੀ ਸੇਠ ਨਾ ਘੋੜੇ ਤੇ ਜਾ ਰਿਹਾ ਸੀ। ਕਹਿੰਦੇ ਸੰਤ ਜੀ ਗੱਲ ਸੁਣੋ। ਕਹਿੰਦੇ ਦੱਸੋ ਬਾਈ। ਕਹਿੰਦੇ ਉਹ ਕੰਗਾਲ ਜਾਂਦਾ, ਉਹ ਕੰਗਾਲ, ਉਹ ਕੰਗਾਲ। ਆਵਾਜ਼ ਦਿੱਤੀ ਸੇਠ ਨੂੰ। ਮਹਾਂਪੁਰਖਾਂ ਨੇ ਆਖਿਆ ਵੀ ਸੇਠ ਜੀ ਗੱਲ ਸੁਣਿਓ। ਤੇ ਜਦੋਂ ਨੇੜੇ ਆਏ, ਜਦੋਂ ਨੇੜੇ ਆਇਆ ਸੇਠ ਤੇ ਸੰਤ ਕਹਿੰਦੇ ਬਈ ਅਸੀਂ ਇੱਕ ਲਾਲ ਦਾਨ ਕਰਨਾ, ਤੇ ਆਹ ਲਾਲ ਤੂੰ ਲੈ ਲੈ। ਉਹਨੇ ਜੋ ਫੜਿਆ ਬਈ ਲਾਲ ਨੂੰ ਫੜਿਆ, ਵੇਖਿਆ ਵੀ ਲਾਲ ਤੇ ਬੜਾ ਕੀਮਤੀ ਹੈ। ਜਿਉਂ ਘੋੜਾ ਦੜਾਇਆ ਤੇ ਕਿਵੇਂ ਕਿਤੇ ਸੰਤ ਦੁਬਾਰਾ ਵਾਪਸੀ ਨਾ ਮੰਗ ਲੈਣ। ਕਹਿੰਦੇ ਨੇ ਉਹ ਰੰਗੂ ਤੇ ਮੰਗੂ ਦੋਵੇਂ ਤਾੜੀਆਂ ਮਾਰ ਮਾਰ ਕੇ ਹੱਸਣ ਲੱਗ ਗਏ। ਉਹ ਮੁੱਛਦੇ ਨੇ ਮਹਾਤਮਾ ਦੇ ਹੱਥ ਦੇਖੋ। ਕਹਿੰਦੇ ਵੇਖੋ ਕਿੱਡਾ ਵੱਡਾ ਕੰਗਾਲ ਹੈ, ਕਿੱਡਾ ਵੱਡਾ ਕੰਗਾਲ ਹੈ। ਜਪਜੀ ਸਾਹਿਬ ਪੜਿਆ ਕਦੀ? ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਬਾਣੀ ਵਿਚਾਰ ਕੇ ਪੜਿਆ ਕਰੋ। ਭੁੱਖਿਆ ਭੁੱਖ ਨਾ ਉਤਰੀ, ਸਾਰੇ ਪੜੋ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਪਾਰ। ਪੁਰੀਆ ਕਹਿੰਦੇ ਭਾਵੇਂ ਤਿੰਨਾਂ ਪਰਮਪੁਰੀ, ਸ਼ਿਵਪੁਰੀ, ਵਿਸ਼ਨਪੁਰੀ, ਜਿੰਨੀਆਂ ਵੀ ਪੁਰੀਆਂ ਨੇ, ਇਹਨਾਂ ਪੁਰੀਆਂ ਦੇ ਜਿੰਨੇ ਪਦਾਰਥ ਨੇ, ਭਾਵੇਂ ਉਹਦੀਆਂ ਪੰਡਾ ਬੰਨ ਲਓ। ਕਹਿੰਦੇ ਹੁਣ ਸਮਾਂ ਤੇ ਥੋੜਾ ਹੀ ਹੈ, ਸੰਤ ਪੜਿਆ ਕਰਦੇ ਸੀ। ਮਾਫ ਕਰਨਾ ਭੁੱਖਿਆਂ ਦੀ ਭੁੱਖ ਨਾ ਗਈ, ਮਾਫ ਕਰਨਾ ਭਾਵੇਂ ਬੰਨਾ ਪੁਰੀਆ ਭਾਰ, ਭੁੱਖਿਆਂ ਦੀ ਭੁੱਖ ਨਾ ਗਈ। ਉਹ ਦੋਵੇਂ ਹੱਸਣ ਲੱਗ ਗਏ। ਕਹਿੰਦੇ ਦੇਖਿਆ ਕਿੱਡਾ ਵੱਡਾ ਮਾਫ ਕਰਨਾ ਇਹ ਕੰਗਾਲ ਆ। ਕ੍ਰਿਸ਼ਨ ਮਹਾਰਾਜ ਇਹ ਉਗਰਸੈਨ ਦੇ ਪੁੱਤਰ ਸਨ। ਦੂਜੇ ਪਾਸੇ ਗਰੀਬ ਬ੍ਰਾਹਮਣ ਦਾ ਪੁੱਤਰ ਇੱਕ ਸੁਦਾਮਾ। ਦੋਵੇਂ ਮਥੁਰਾ ਦੇ ਵਿੱਚ ਪੜਿਆ ਕਰਦੇ ਸਨ। ਖਾਲਸਾ ਜੀ ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਮਥੁਰਾ ਜਿੱਥੇ ਤੇ ਪੇੜੇ ਮਸ਼ਹੂਰ ਨੇ ਖਾਲਸਾ ਜੀ, ਸੱਚਖੰਡ ਹਜ਼ੂਰ ਸਾਹਿਬ ਨੂੰ ਆਉਂਦੇ ਜਾਂਦੇ ਟ੍ਰੇਨਾਂ ਦੇ ਵਿੱਚ ਜਿੱਥੇ ਮਾਫ ਕਰਨਾ ਪੇੜੇ ਖਾਸ ਕਰਕੇ, ਤੇ ਦੂਜੇ ਨੰਬਰ ਤੇ ਜਿੱਥੇ ਦਾ ਪੇਠਾ ਵੀ ਬੜਾ ਮਸ਼ਹੂਰ ਹੈ। ਇੱਥੇ ਗੱਡੀ ਰੋਕ ਕੇ ਲੰਘਦੀ ਹੈ। ਆਪਸ ਇਕੱਠੇ ਪੜਿਆ ਕਰਦੇ ਸਨ, ਇਕੱਠੇ ਉੱਠਣਾ, ਇਕੱਠੇ ਬਹਿਣਾ।
गुरु की संगत भगतां की चाल निराली, चाला तो निराली भगतां केरी बिख मार के चलना। सर्दी दे दिन से कई बार छोटियां छोटियां गल्लां ना वो बड़ियां वड्डियां पै जांदियां ने जाके। सर्दी दी रुत ते सुदामे ने माफ करना गुरु की संगत किधरे और छोलियां दे दाने भुना के ना ते मूँह दे अगे जिवें बच्चों का सुभाव हुंदा भी इहनूं देना पऊगा, इहनूं भी हिस्सा देना पऊगा। जे इहनूं दस्सिया ते जेब चों कढ के ना छोले ते मूँह च पा के ते चबी जांदा सुदामा। ते कृष्ण ने आख्या सुदामे तू की खा रहा? आंदा जी खाना खूना की आ, सर्दी आ, बारिश पै रही, दंदों डिक्की लगी हुई आ, दंद ते दंद वजदे ने पै। कृष्ण ने आख्या जा कंगाला जिहा, एक मुट्ठी छोलियां दे बदले तू झूठ बोल दिता। खालसा जी साध बचन अटलाता। मुकरी गल की गुरु की संगत किते समा बड़िया ते विचार करांगे, पर इधर ना जाइए। आख्या एक मुट्ठी छोलियां दे बदले तू झूठ बोल दिता। वक्त अपनी चाल चलता रहा। सदामा माफ करना, सदामा गरीब पंडित का पुत्र सी, पर वो समय का संतोखी है। एक बारी कह दो बाहू, वो समय का संतोखी है, वो समय का अवतार है। वो जिथे संतोखी है उथे वो गरीब भी है। खालसा उथे गरीब भी है। पढ़ाई दे दिन पूरे होने ते गए, दोनों यारां दियां दोस्तां दियां देखी संतन की मतराई, देखी संतन की। मुकदी गल की गुरु की संगत गलवकड़ियां पै गईयां। ते सुदामे ने कृष्ण नूं आख्या मित्रा तू राजे का पुत्र, तू राजा बन जाना है। मैं गरीब पंडित का पुत्र, अपना घर ते सब नूं नजर आउंदा है, साडे घर तां गरीबी नचदी है। आख्या मित्रा मैं गरीब दा गरीब रह जाना, तू मैनूं भुल जाना। कृष्ण ने आख्या सुदामिया मैं तेनों भुल जाना जिदन अपनी जिंदगी के बचपन के दिन बिताए ने। सुदामिया मैं सारी दुनिया नूं भुला दूंगा पर तैनूं नहीं भुलाऊंगा। कृष्ण मार द्वारका दे राजे बन गए, पर कहते सुदामे दे घर विच ना गरीबी तू गरीबी आउंदी गई, आउंदी गई, आउंदी गई, आउंदी गई। शादी हो गई जिथे मियाँ बीवी का जोड़ नहीं। और मेरियो भैनों, मेरियो मावों, मर के की तुसी स्वर्ग वेखना जे तुसी अपने परिवारां दे विच ना पति पत्नी दे विच प्यार आ जाए ते तुहाडे घर जूंदे जी सचखंड ने। खालसा जी करोड़ां दी अमीरी होवे, जे मियाँ बीवी का प्यार ना होवे घर नरक बन जांदा। खालसा जी अत गरीबी होवे, अत गरीबी होवे। मुकदी गल की टोकरी ढो के बजरी कुट के गुजारा करदे हो ना, घर स्वर्ग बन जाता। खालसा जी घर स्वर्ग बन जाता। समा बीतदा तुरिया गया। सुदामे दे घर वाली शीला गरीबी ते गरीबी, गरीबी ते गरीबी वधदी तुरी गई। अगे कहते 5-4 बच्चे भी हो गए। लोकां पासों उधार लै लैके ना खाना शुरू करता। सच स्टेज कम इहो जी स्टेज भी आई जदों मथुरा के लोगों ने उधार देना भी बंद कर दिता। खालसा जी माफ करना, उधार जरूर देंगे भैनों, भैनों तुहानूं जरूर देंगे। सुदामे दे घरों सुदामा एक कीर्ति सी, एक मेहनती सी। किरत विरत कर धर्म दी, किरत विरत कर धर्म दी, हथों दे के बड़ा मनाए। गुरु बाबे ने सानू यही उपदेश दिता सी। कहते ने लोगों ने उधार भी देना बंद कर दिता। गरीबी ते गरीबी आउंदी गई, आउंदी गई। गरीबी ते गरीबी, गरीबी ते गरीबी। सुदामा अमृत वेले उठदा, वह परमेश्वर का ध्यान धरदा। सूरज निकलते सार रुखी सुखी खाए के ठंडा पानी माफ करना गुरु के संगत किरत करने वास्ते तुर पैंदा। मुकदी गल की सारा दिन का थकिया वो इन्नी पतिवर्ता और सी। जदों सुदामा वापस मुड़दा, घर वाली इशनान कराउंदी, रुकी सुखी जो भी सी खान नूं दिंदी। कहंदे लोकां ने उधार देना बंद कर दिता।
ਇੱਕ ਦਿਨ ਇੱਕ ਗੁਆਂਢਣ ਦੇ ਪਾਸੋਂ ਕੁਝ ਉਧਾਰ ਰਾਸ਼ਨ ਮੰਗਿਆ। ਉਹਨੇ ਆਖਿਆ ਭੈਣੇ ਕਿੰਨੇ ਚਿਰ ਮੰਗ ਕੇ ਗੁਜ਼ਾਰਾ ਕਰਦੇ ਰਹੋਗੇ? ਆਖਿਆ ਪਹਿਲਾਂ ਬਥੇਰਾ ਲੈ ਚੁੱਕੇ ਹੋ, ਕਿਹੜਾ ਰੋਜ਼ ਤੁਹਾਨੂੰ ਉਧਾਰ ਦੇਵੇ? ਤੁਹਾਨੂੰ ਤੇ ਮੰਗਣ ਲੱਗਿਆ ਵੀ ਸ਼ਰਮ ਨਹੀਂ ਆਉਂਦੀ। ਸ਼ੀਲਾ ਨੇ ਆਖਿਆ ਨਹੀਂ ਭੈਣੇ, ਵਕਤ ਆਪਣੀ ਚਾਲ ਚੱਲਦਾ ਰਹਿੰਦਾ, ਥੋੜੇ ਜਿਹੇ ਵਕਤ ਦੀ ਗੱਲ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸਮਾਂ ਜ਼ਰੂਰ ਬਦਲੂਗਾ, ਵਕਤ ਦੀ ਗੱਲ ਹੈ ਭੈਣੇ, ਅਸੀਂ ਜ਼ਰੂਰ ਵਾਪਸ ਕਰਾਂਗੇ। ਉਹ ਕਹਿੰਦੀ ਵਾਪਸ ਕੀ ਕਰਨਾ? ਸੁਣ ਮੇਰੀ ਗੱਲ, ਇੱਕ ਦਿਨ ਮੈਂ ਗੱਲ ਦੱਸਦੀ ਆ। ਘਰ ਮੰਗਦੇ ਫਿਰਦੇ ਹੋ। ਸੁਦਾਮੇ ਦੇ ਘਰ ਵਾਲੀ ਨੇ ਆਖਿਆ ਭੈਣੇ ਕੀ ਗੱਲ ਹੈ? ਕਹਿੰਦੀ ਇਹਨੂੰ ਕੋਈ ਗੱਲ ਸੁਣਾਵਾਂ। ਕਹਿੰਦੀ ਕੀ? ਇਹ ਸੁਦਾਮੇ ਦੇ ਘਰ ਵਾਲੀ ਨੇ ਪਹਿਲੀ ਵਾਰੀ ਗੱਲ ਸੁਣੀ ਸੀ, ਪਹਿਲੀ ਵਾਰੀ। ਕਹਿਣ ਲੱਗੀ ਭੈਣੇ ਇਥੋਂ ਮੰਗਿਆ ਤੁਹਾਡਾ ਕੁਝ ਨਹੀਂ ਬਣਨਾ। ਤੇਰੇ ਪਤੀ ਦਾ ਭਾਵ ਸੁਦਾਮੇ ਦਾ ਮੇਰੇ ਪਾਤਸ਼ਾਹ ਨੇ ਬਾਣੀ 'ਚ ਨਕਸ਼ਾ ਖਿੱਚਿਆ, ਵਿਪ ਸੁਦਾਮਾ ਦਾਲਦੀ। ਓਏ ਹੋਏ ਹੋਏ, ਦਾਲਦੀ ਉਹਨੂੰ ਕਹਿੰਦੇ ਨੇ ਜਿਹੜਾ ਗਰੀਬੀ ਤੋਂ ਵੀ ਥੱਲੇ ਹੋਵੇ, ਜਿਹੜਾ ਗਰੀਬੀ ਤੋਂ ਵੀ ਥੱਲੇ ਹੋਵੇ। ਕਹਿੰਦੇ ਨੇ ਕੁਝ ਅਮੀਰ ਸ਼ਾਹੂਕਾਰ ਮੇਲਾ ਵੇਖਣ ਵਾਸਤੇ ਤੁਰ ਪਏ। ਉਹਨਾਂ ਦੇ ਵਿੱਚ ਇੱਕ ਗਰੀਬ ਵੀ ਤੁਰ ਪਿਆ। ਉਹ ਸ਼ਾਹੂਕਾਰ ਦੁਕਾਨਾਂ ਤੇ ਜਾ ਕੇ ਕਿਤੇ ਕੋਈ ਕੁਝ ਖਾਂਦਾ, ਕਿਤੇ ਕੋਈ ਕੁਝ ਖਾਂਦਾ। ਇਸ ਗਰੀਬ ਦੇ ਪੱਲੇ ਇੱਕ ਟਕੇ ਦੇ ਪੈਸੇ ਸਨ। ਹਾਂ, ਵੇਲੋ ਨੇਪਾਲ 'ਚ ਕੀ ਹੋ ਗਿਆ? ਇੱਥੇ ਕਿਹੜੇ ਇੱਕ ਪਿਲਰ ਦਿੱਤੇ ਨੇ? ਇੱਕ ਵਾਰੀ ਕਹਿ ਦੇ ਵਾਹਿਗੁਰੂ। ਧਰਤੀ ਥੱਲੇ ਕਿਹੜੇ ਪਿਲਰ ਦਿੱਤੇ ਨੇ? ਉਹ ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ, ਸਤਿਗੁਰੂ ਪਾਤਸ਼ਾਹ ਤੁਹਾਡੇ ਅੰਗ ਸੰਗ ਰਹਿਣਗੇ। ਮੁੱਕਦੀ ਗੱਲ ਕੀ, ਉਹ ਗਰੀਬ ਨੇ ਇੱਕ ਗੰਨਾ ਲਿਆ। ਗੰਨਾ ਦੁਕਾਨ ਤੋਂ ਟਕੇ ਦਾ ਗੰਨਾ ਲੈ ਕੇ ਨਾ ਸ਼ਹਿਰ ਤੋਂ ਬਾਹਰ ਚੂਸਣ ਲੱਗ ਗਿਆ। ਬਹਿ ਕੇ ਚੂਸਣ ਲੱਗ ਗਿਆ। ਗੰਨੇ ਨੂੰ ਚੂਸਦਾ ਤੇ ਛਿਲਕੇ ਚੁੱਕ ਪਿੱਛੇ ਸੱਟੀ ਜਾਂਦਾ। ਜਦੋਂ ਗੰਨੇ ਨੂੰ ਚੂਸ ਕੇ ਹਟਿਆ, ਕਹਿੰਦਾ ਰੱਬਾ ਦੁਨੀਆ ਕੋਈ ਕਿਸੇ ਰੰਗ 'ਚ, ਕੋਈ ਕਿਸੇ ਰੰਗ 'ਚ ਤੁਰੀ ਫਿਰਦੀ ਹੈ। ਮੈਨੂੰ ਤੇਰੇ ਤੇ ਗਿਲਾ ਤੇ ਕੋਈ ਨਹੀਂ, ਪਰ ਮੇਰੇ ਤੋਂ ਵੀ ਕੋਈ ਗਰੀਬ ਹੋਵੇਗਾ। ਜਦੋਂ ਉਹ ਉੱਠਿਆ, ਉੱਠ ਕੇ ਪਿੱਛੇ ਮੁੜ ਕੇ ਵੇਖਿਆ, ਉਹਦੇ ਚੂਸੇ ਛਿਲਕਿਆਂ ਨੂੰ ਕੋਈ ਹੋਰ ਵੀ ਚੂਸ ਰਿਹਾ ਸੀ। ਖਾਲਸਾ ਜੀ, ਉਹਦੇ ਚੂਸੇ ਛਿਲਕਿਆਂ ਨੂੰ ਕੋਈ ਹੋਰ ਵੀ ਚੂਸ ਰਿਹਾ ਸੀ। ਮਾਫ ਕਰਨਾ ਖਾਲਸਾ ਜੀ, ਗੁਰੂ ਨਾਨਕ ਨੇ ਲੰਗਰ ਇਸੇ ਕਰਕੇ ਚਲਾਇਆ ਸੀ। ਮੈਂ ਬੀਬੀਆਂ ਨੂੰ ਕਹਿਣਾ, ਜਦ ਬਾਬਾ ਨਾਨਕ ਦਿੰਦਾ ਨਹੀਂ ਸੰਗ ਦਾ, ਜਦ ਤੁਹਾਡੇ ਕੋਲ ਮੁੱਕਦਾ ਨਹੀਂ, ਤੁਸੀਂ ਕਿਉਂ ਕਾਲ ਕਰਦੀਆਂ? ਵਰਤਾਓ, ਸੜਕਾਂ ਤੇ ਜਾ ਕੇ ਵਰਤਾਓ, ਚੌਂਕਾਂ ਜਾ ਕੇ ਵਰਤਾਓ। ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜਾਏ ਬਾਬੇ ਨਾਨਕ ਦਾ ਲੰਗਰ ਤੇ ਆਈ ਗਰੀਬਾਂ ਵਾਸਤੇ। ਖਾਲਸਾ ਜੀ, ਇੱਕ ਵਾਰੀ ਫੇਰ ਕਹਿ ਦਿਓ ਵਾਹਿਗੁਰੂ। ਇਹਨੂੰ ਜਿੰਨਾ ਵਰਤੋਗੇ ਉਹਨਾਂ ਵਧੇਗਾ। ਖਾਵੇ ਖਰਚਾ ਰਲ ਮਿਲ ਭਾਈ, ਤੋੜ ਨਾ ਆਵੇ। ਮੁੱਕਦੀ ਗੱਲ ਕਿ ਗੁਰੂ ਕੀ ਸੰਤ ਉਹਦੇ ਚੂਸੇ ਛਿਲਕਿਆਂ ਨੂੰ ਕੋਈ ਹੋਰ ਵੀ ਚੂਸ ਰਿਹਾ ਸੀ। ਦਰਿਦਰੀ ਦੀ ਹਾਲਤ ਬੜੀ ਵੱਧ ਗਈ। ਗੁਆਂਢ ਨੇ ਆਖਿਆ ਭੈਣੇ ਮੈਂ ਤੈਨੂੰ ਕੋਈ ਗੱਲ ਦੱਸਦੀ ਆ, ਕਦੋਂ ਤੱਕ ਮੰਗਦੇ ਰਹੋਗੇ? ਸ਼ਰਮ ਨਹੀਂ ਹੈ ਤੁਹਾਨੂੰ? ਮੈਂ ਤੈਨੂੰ ਕੋਈ ਗੱਲ ਸੁਣਾਉਂਦੀ ਆ। ਕਹਿੰਦੀ ਭੈਣੇ ਕੀ? ਕਹਿੰਦੇ ਕਿ ਤੇਰੇ ਪਤੀ ਦਾ ਇੱਕ ਦੋਸਤ ਦਾ ਮਿੱਤਰ ਆ, ਉਹ ਦੋਸਤ ਹੀ ਨਹੀਂ, ਉਹ ਦੁਆਪਰ ਯੁੱਗ ਦੇ ਅਵਤਾਰ ਨੇ। ਉਹ ਅਵਤਾਰ ਹੀ ਨਹੀਂ, ਉਹ ਦਵਾਰਕਾਪੁਰੀ ਦੇ ਰਾਜੇ ਵੀ ਨੇ। ਇੱਕ ਰਾਜੇ ਵਾਸਤੇ ਇੱਕ ਗਰੀਬ ਦੀ ਗਰੀਬੀ ਦੂਰ ਕਰਨੀ ਕੀ ਔਖੀ ਗੱਲ ਆ। ਮਾਫ ਕਰਨਾ, ਆਪਣੇ ਪਤੀ ਨੂੰ ਕੋ ਦਵਾਰਕਾ ਚਲਾ ਜਾਏ, ਕ੍ਰਿਸ਼ਨ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰੇ, ਫਰਿਆਦ ਕਰੇ। ਮੁੱਕਦੀ ਗੱਲ ਕੀ, ਤੁਹਾਡੀ ਗਰੀਬੀ ਤਾਂ ਕਿ ਤੁਹਾਡੀਆਂ ਕੁੱਲਾਂ ਦੀ ਗਰੀਬੀ ਚੱਕ ਦੇਣਗੇ। ਉਹ ਕਹਿਣ ਲੱਗੀ ਭੈਣੇ ਮਜ਼ਾਕ ਕਰਦੀ ਹੈ? ਗਰੀਬਾਂ ਦੇ ਰਿਸ਼ਤੇਦਾਰ ਗਰੀਬ ਹੁੰਦੇ ਨੇ, ਗਰੀਬਾਂ ਦੇ ਮਿੱਤਰ ਗਰੀਬ ਹੁੰਦੇ ਨੇ। ਗਰੀਬਾਂ ਨੂੰ ਤਾਂ ਗਰੀਬੀ ਵਿੱਚ ਵੱਡੇ ਛੱਡ ਜਾਂਦੇ ਨੇ। ਜਬ ਹੀ ਨਿਰਤਨ ਦੇਖਿਓ ਜਨ ਕੋ ਸੰਗ ਛਾੜ ਸਭ ਭਾਗੇ। ਉਹਨੇ ਆਖਿਆ ਨਹੀਂ ਭੈਣੇ ਮੈਂ ਝੂਠ ਨਹੀਂ ਬੋਲਦੀ। ਗਰਮੀਆਂ ਦੇ ਦਿਨ
ਸੁਦਾਮੇ ਦੇ ਘਰ ਵਾਲੀ ਦਾ ਘਰ ਪੁੱਜਣਾ, ਸੁਦਾਮੇ ਦਾ ਸਾਰਾ ਦਿਨ ਥੱਕੇ ਟੁੱਟੇ ਦਾ ਘਰ ਆਉਣਾ, ਉਹਨੇ ਠੰਡਾ ਪਾਣੀ ਖੂਹ ਦਾ ਭਰ ਕੇ ਦੇਣਾ। ਮੁੱਕਦੀ ਗੱਲ ਕੀ, ਇਸ਼ਨਾਨ ਕਰੋ ਜੀ। ਇਸ਼ਨਾਨ ਕਰਨ ਤੋਂ ਬਾਅਦ ਪ੍ਰਸ਼ਾਦਾ ਵਗੈਰਾ ਛਕਾਉਣਾ, ਰੁੱਖਾ ਮਿੱਸਾ। ਤੇ ਜਦੋਂ ਸੁਦਾਮਾ ਲੇਟ ਗਿਆ ਤੇ ਘਰ ਵਾਲੀ ਨੇ ਉਹਦੇ ਪੈਰ ਦਬਾਉਣੇ ਸ਼ੁਰੂ ਕੀਤੇ। ਪਿਆਸ ਸੀ, ਕੋਈ ਸੰਤੋਖ ਸੀ। ਇੱਕ ਵਾਰੀ ਕਹਿ ਦਿਓ ਬਾਹਰ। ਸੁਦਾਮੇ ਦੇ ਘਰ ਵਾਲੀ ਲੱਗੀ ਕਹਿਣ, ਪਤੀ ਦੇਵ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਪਰ ਪੁੱਛਦੀ ਤਾਂ ਜੇ ਸੱਚ ਦੱਸੋਗੇ ਤਾਂ। ਜੇ ਸੱਚ ਨਹੀਂ ਬੋਲਣਾ, ਉਹ ਪਤੀ ਵਰਤਾ ਔਰਤ ਸਮਝਦੀ ਹੈ। ਇੱਕ ਵਾਰੀ ਕਹਿ ਦਿਓ ਬਾਹਰ। ਜਿਹੜੀ ਸੁਦਾਮੇ ਦੇ ਸਾਹ ਨਾਲ ਸਾਹ ਲੈਂਦੀ ਸੀ, ਉਹ ਸਮੇਂ ਦਾ ਸੰਤੋਖੀ ਸਿਰੇ ਦਾ ਸੁਦਾਮਾ, ਉਹ ਯੁੱਗ ਦੇ ਅਵਤਾਰ ਹੀ ਨਹੀਂ, ਯੁੱਗ ਦੇ ਰਾਜੇ ਵੀ ਨੇ। ਮਾਫ ਕਰਨਾ ਗੁਰੂ ਕੀ ਸੰਗਤ, ਮੈਨੂੰ ਭੋਪਾਲ ਜਾਣ ਦਾ ਮੌਕਾ ਮਿਲਦਾ ਹੈ। ਇੱਕ ਸਾਧ ਸੰਗਤ ਦੀ ਕਹਾਵਤ ਬਣੀ ਸੀ, ਅੱਗੇ ਰਾਜੇ ਹੋ ਜਾਂਦੇ ਸਨ। ਕਹਾਂ ਰਾਜਾ ਬੋਝ, ਕਹਾਂ ਰਾਜਾ ਬੋਝ, ਕਹਾਂ ਗੰਗਾ ਤੇਲੀ। ਗੰਗਾ ਤੇਲੀ ਸਰੋਂ, ਮਾਫ ਕਰਨਾ, ਤੇਲ ਕੱਢਦਾ ਹੁੰਦਾ ਸੀ ਸਰੋਂ ਦਾ। ਉਹਨੇ ਇੱਕ ਮਹਿਲ ਬਣਾਉਣਾ ਸੀ, ਰਾਜੇ ਭੋਜ ਨੇ। ਮਹਿਲ ਦੀ ਸਮਿਟਰੀ ਨਕਸ਼ਾ ਟੇਢਾ ਬਣਦਾ। ਵਜ਼ੀਰਾਂ ਨੂੰ ਲੱਗਾ ਕਹਿਣ ਕਿ ਇਹਨੂੰ ਗਾਂਗੇ ਤੇਲੀ ਨੂੰ, ਗੰਗਾ ਉਹਦਾ ਨਾਂ ਸੀ, ਗਾਂਗੇ ਤੇਲੀ ਨੂੰ ਕਹੋ ਕਿ ਜਗ੍ਹਾ ਜਿੰਨੀ ਮਰਜ਼ੀ ਹੋਰ ਲੈ ਲੈ। ਐਸੇ ਐਸੇ ਰਾਜੇ ਵੀ ਹੋਏ ਜਿਨ੍ਹਾਂ ਨੇ ਪਰਜਾ ਦੇ ਦਿਲਾਂ ਤੇ ਰਾਜ ਕੀਤਾ। ਆਖਿਆ ਉਹਨੂੰ ਮਾਫ ਕਰਨਾ, ਗਾਂਗੇ ਤੇਲੀ ਨੂੰ ਕਹੋ ਜਗ੍ਹਾ ਹੋਰ ਲੈ ਲੈ, ਜਿੰਨੀ ਚਾਹੀਦੀ ਲੈ ਲੈ, ਇਹ ਜਗ੍ਹਾ ਛੱਡ ਦੇ, ਮੈਂ ਇੱਥੇ ਮਹਿਲ ਪਾਉਣਾ। ਜਦੋਂ ਪੁੱਛਿਆ ਗਿਆ, ਉਹਨੂੰ ਸੱਦਿਆ ਗਿਆ, ਕਹਿੰਦੇ ਨੇ ਗਾਂਗੇ ਤੇਲੀ ਨੇ ਆਖਿਆ, ਸਰਕਾਰ ਇਹ ਜਗ੍ਹਾ ਮੇਰੇ ਬਜ਼ੁਰਗਾਂ ਦੀ, ਮੈਂ ਨਹੀਂ ਛੱਡ ਸਕਦਾ। ਕਹਿੰਦੇ ਉਹਨਾਂ ਨੇ ਮਹਿਲ ਟੇਢਾ ਬਣਾ ਲਿਆ। ਉਧਰੋਂ ਕਹਿੰਦੇ ਨੇ ਸ਼ਾਮ ਦੇ ਸਮੇਂ ਜਦੋਂ ਰਾਜਾ ਭੋਜ ਮਹਿਲ ਦੇ ਵਿੱਚ ਬੈਠਾ ਹੁੰਦਾ ਸੀ ਨਾ, ਉਹਦੀ ਰਾਣੀ ਚੰਦਰਾਵਤੀ, ਆਪਸ ਜਦੋਂ ਗੱਲਬਾਤ ਚੱਲਦੀ ਸੀ, ਉਧਰੋਂ ਕੋਹਲੂ ਚੱਲਦਾ ਤੇ ਉਹ ਕੋਹਲੂ ਚੱਲਣ ਦੇ ਨਾਲ ਧੂਆਂ ਸੀ ਨਾ ਜਿਹੜਾ ਰਾਜੇ ਭੋਜ ਦੇ ਰਾਜ ਮਹਿਲ ਵਿੱਚ ਜਾਂਦਾ ਸੀ। ਕਈ ਵਾਰੀ ਵਜ਼ੀਰਾਂ ਨੇ ਕਹਿਣਾ, ਮਹਾਰਾਜ ਟਕੇ ਦਾ ਤੇਲੀ। ਉਹਨੇ ਕਿਹਾ, ਨਹੀਂ, ਇਹ ਟਕੇ ਦਾ ਤੇਲੀ ਨਹੀਂ, ਇਹ ਮੇਰੀ ਜਿੰਦ ਜਾਨ ਹੈ। ਮੈਂ ਤਾਂ ਇਹ ਥੋੜਾ ਦੇਖਣਾ ਕਿ ਮੇਰੇ ਮਹਿਲ 'ਚ ਤੂੰ ਆਉਂਦਾ, ਮੈਂ ਤੇ ਇਹ ਦੇਖਣਾ ਕਿ ਮੇਰੀ ਪਰਜਾ ਸੁਖੀ ਰਹਿਣੀ ਚਾਹੀਦੀ ਹੈ। ਖਾਲਸਾ ਜੀ। ਘਰ ਵਾਲੀ ਨੇ ਆਖਿਆ, ਜੀ ਪੁੱਛਦੀ ਤਾਂ ਜੇ ਸੱਚ ਬੋਲੋਗੇ ਤਾਂ। ਆਖਿਆ, ਸ਼ੀਲਾ ਦੱਸ ਤੂੰ ਕੀ ਪੁੱਛਣਾ ਚਾਹੁੰਦੀ। ਆਖਿਆ, ਮਾਰੇ ਗੱਲ ਤੁਹਾਥੋਂ ਕੋਈ ਨਹੀਂ ਲੁਕੀ। ਲੋਕਾਂ ਨੇ ਆਂਢੀਆਂ ਗੁਆਂਢੀਆਂ ਨੇ ਉਧਾਰ ਦੇਣਾ ਬੰਦ ਕਰ ਦਿੱਤਾ। ਮਹਾਰਾਜ ਇਹੀ ਹਾਲਤ ਰਹੀ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਬੱਚੇ ਭੁੱਖੇ ਮਰ ਜਾਣਗੇ। ਮਹਾਰਾਜ ਮੈਂ ਸੁਣਿਆ ਕਿ ਤੁਹਾਡਾ ਇੱਕ ਮਿੱਤਰ, ਕ੍ਰਿਸ਼ਨ ਨਾਂ ਕਰਕੇ ਮਿੱਤਰ ਹੈ। ਉਹ ਮਿੱਤਰ ਹੀ ਨਹੀਂ, ਦੁਆਪਰ ਯੁੱਗ ਦਾ ਅਵਤਾਰ ਵੀ ਹੈ। ਉਹ ਅਵਤਾਰ ਹੀ ਨਹੀਂ, ਉਹ ਦਵਾਰਕਾਪੁਰੀ ਦੇ ਰਾਜੇ ਵੀ ਨੇ। ਠੀਕ ਹੈ। ਸੁਦਾਮੇ ਦਾ ਨਾਂ ਸੁਣ ਕੇ, ਕ੍ਰਿਸ਼ਨ ਦਾ ਨਾਂ ਸੁਣ ਕੇ ਸੁਦਾਮੇ ਦੇ ਦੰਦ ਜੁੜ ਗਿਆ, ਕਿਉਂਕਿ ਉਹ ਸੰਤੋਖੀ ਸੀ। ਇੱਕ ਵਾਰੀ ਕਹਿ ਰਹੇ ਹੋ, ਕਿਉਂਕਿ ਉਹ ਸੰਤੋਖੀ ਸੀ। ਉਹਨੇ ਫਿਰ ਆਖਿਆ ਪਤੀ ਦੇਵ ਕੀ ਹੈ, ਠੀਕ ਹੈ। ਆਖਿਆ, ਹਾਂ ਭੋਲੀਏ, ਇਹ ਤੇ ਗੱਲਾਂ ਬਚਪਨ ਦੀਆਂ ਨੇ। ਜਦੋਂ ਮੈਂ ਤੇ ਕ੍ਰਿਸ਼ਨ ਇਕੱਠੇ ਪੜ੍ਹਦਾ ਹੁੰਦਾ ਸਾਂ, ਭਲਾ ਬਚਪਨ ਦੀ ਯਾਰੀ ਕੋਈ ਯਾਰੀ ਹੁੰਦੀ ਹੈ? ਬਚਪਨ ਦਾ ਪਿਆਰ ਕੋਈ ਪਿਆਰ ਹੁੰਦਾ? ਉਸ ਜ਼ਮਾਨੇ 'ਚ ਦੁਆਪਰ ਯੁੱਗ ਦੀ ਉਮਰ ਇੱਕ ਬੰਦੇ ਦੀ 1000 ਸਾਲ ਹੋ ਗਈ ਸੀ। ਆਖਿਆ, ਭੋਲੀਏ, ਮੈਨੂੰ ਤੇ ਕ੍ਰਿਸ਼ਨ ਨੂੰ ਵਿਛੜਿਆ ਨੂੰ ਘੱਟੋ ਘੱਟ 200 ਸਾਲ ਹੋ ਗਿਆ। 200 ਸਾਲ ਵਿਛੜਿਆ ਨੂੰ ਹੋ ਗਿਆ। ਆਖਿਆ, ਮੈਨੂੰ ਮਜਬੂਰ ਨਾ ਕਰ, ਆਪਣਾ ਘਰ ਆਪਣਾ ਹੀ ਹੁੰਦਾ। ਮਾੜਾ ਖਾਂਦੇ ਆ ਤਾਂ, ਚੰਗਾ ਖਾਂਦੇ ਆ ਤਾਂ, ਜਿਵੇਂ ਰਹਿੰਦੇ ਆ ਚੰਗੇ ਹੀ ਰਹਿੰਦੇ ਆ। ਉਹ ਕਿੱਥੇ ਪਹਿਚਾਣੇਗਾ? ਉਹਨੇ ਆਖਿਆ, ਨਹੀਂ ਪਤੀ ਦੇਵ, ਤੁਸੀਂ ਜ਼ਰੂਰ ਜਾਓ, ਤੁਸੀਂ ਜ਼ਰੂਰ ਜਾਓ, ਜ਼ਰੂਰ। ਮੁੱਕਦੀ ਗੱਲ ਕੀ? ਉਹਨੇ ਕਿਹਾ, ਚੰਗਾ ਆਰਾਮ ਕਰ, ਦੇਖਾਂਗੇ। ਦੂਜੇ ਦਿਨ ਫਿਰ ਗਿਆ, ਸ਼ਾਮ ਦਾ ਸਮਾਂ, ਵਾਪਸ ਮੁੜਨਾ। ਅੱਜ ਸ਼ੀਲਾ ਦੀ ਜਿੱਦ ਕਰਨੀ ਕਿ ਜੇ ਤੁਸੀਂ ਨਾ ਗਏ
ਤੇ ਮਾਫ ਕਰਨਾ, ਮੈਂ ਕੱਲ ਨੂੰ ਖਾ ਕੇ ਕੁਝ ਮਰ ਜਾਣਾ ਹੈ। ਸੁਦਾਮਾ ਮੱਥੇ ਤੇ ਹੱਥ ਮਾਰ ਕੇ ਕਹਿੰਦਾ, ਮੂਰਖ ਔਰਤ ਨੇ ਮੰਗਣ ਲਈ ਮਜਬੂਰ ਕਰ ਦਿੱਤਾ। ਖਾਲਸਾ ਜੀ, ਮੰਗਣ ਗਏ ਸੋ ਮਰ ਗਏ। ਕਬੀਰ ਜੀ ਕਹਿੰਦੇ ਮੰਗਣ ਗਿਆ ਮਰ ਕੇ ਜਾਂਦਾ। ਮੰਗਣ ਗਏ ਸੋ ਮਰ ਗਏ, ਮਤ ਕੋਈ ਮੰਗਣ ਜਾਏ। ਇਹ ਕਬੀਰ ਜੀ ਦੇ ਰਮੈਣੀ ਗ੍ਰੰਥ ਦਾ ਸ਼ਲੋਕ ਹੈ। ਮੰਗਣ ਗਏ ਸੋ ਮਰ ਗਏ, ਮਤ ਕੋਈ ਮੰਗਣ ਜਾਏ। ਉਨ ਤੇ ਪਹਿਲੇ ਵੋ ਮੂਏ, ਜਿਨ ਮੁਖ ਨਿਕਸਤ ਨਾਹੇ। ਕਹਿੰਦੇ ਮੰਗਣ ਗਿਆ ਮਰ ਕੇ ਜਾਂਦਾ, ਪਰ ਉਦੋਂ ਪਹਿਲਾਂ ਉਹ ਮਰ ਜਾਂਦਾ ਜਿਹੜਾ ਮੰਗਣ ਆਏ ਨੂੰ ਨਾ ਕਰ ਦਿੰਦਾ। ਦੂਜਾ ਦਿਨ, ਤੀਜੇ ਦਿਨ ਦਾ ਨਿਕਲਣਾ। ਸੁਦਾਮੇ ਨੇ ਆਖਿਆ ਚੰਗਾ ਭੋਲੀਏ, ਮੈਂ ਚੱਲਦਾ, ਭਗਵਾਨ ਚੱਲਦਾ। ਦੋਸਤ ਨੂੰ, ਯਾਰ ਨੂੰ ਮਿਲਣ ਵਾਸਤੇ ਪਹਿਲੀ ਵਾਰੀ ਜਾਣਾ ਹੈ, ਪਰ ਮਾਫ ਕਰਨਾ ਉਹ ਵਨ ਡਾਇਮੀਨੇਸ਼ਨ ਖਾਦੇ। ਇੱਕ ਵਾਰੀ ਕਹਿ ਦੇ ਵਹਿਰੂ, ਉਹ ਵਨ ਡਾਇਮੀਨੇਸ਼ਨ ਖਾਦੇ। ਆਖਿਆ ਕੋਈ ਦੋਸਤ ਵਾਸਤੇ ਕੋਈ ਗਿਫਟ ਲਿਆ ਦੇ, ਤੋਹਫਾ ਲਿਆ ਦੇ। ਗਵਾਂਢਣ ਦੇ ਗਈ ਸ਼ੀਲਾ, ਆਖਿਆ ਭੈਣੇ ਕੋਈ 2-4 ਕਿਲੋ ਚੌਲ ਹੀ ਦੇ ਦੇ। ਕਹਿੰਦੀ ਫੇਰ ਨਹੀਂ ਮੰਗਣੋਂ ਹਟਦੇ ਤੁਸੀਂ। ਆਖਿਆ ਭੈਣੇ ਜ਼ਰੂਰ ਦਿਆਂਗੇ। ਉਹਨੇ ਗੁੱਸੇ ਨਾਲ ਇੱਕ ਛੱਜ ਵੰਡਾਂ ਦਾ, ਵੰਡ ਤੁਸੀਂ ਜਾਣਦੇ, ਪੰਜਾਬ ਦੇ ਰਹਿਣ ਵਾਲੇ ਬੱਚਿਆਂ ਨੂੰ ਸਮਝਾ ਦੇਣਾ ਘਰ ਜਾ ਕੇ। ਮੁੱਕਦੀ ਗੱਲ ਕੀ, ਵੰਡ ਇੱਕ ਵੰਡਾਂ ਦਾ ਛੱਜ ਕਹਿੰਦੇ ਨੇ ਭਰ ਕੇ ਦੇ ਦਿੱਤਾ। ਸ਼ੀਲਾ ਨੇ ਘਰ ਲਿਆ ਕੇ ਉਸ ਵੰਡਾਂ ਦੇ ਛੱਜ ਨੂੰ ਸਾਫ਼ ਕੀਤਾ। ਕਹਿੰਦੇ ਕੱਲੇ ਕੱਲੇ ਚੌਲਾਂ ਦੇ ਦਾਣੇ ਦੇ ਵਿੱਚ, ਦਾਣੇ ਦੇ ਉੱਤੇ ਸ਼ੀਲਾ ਨੇ ਆਪਣੇ ਅੱਖਾਂ ਦੇ ਨਾ ਹੰਝੂਆਂ ਦੇ ਵਿੱਚ ਸ਼ਾਹੀ ਘੋਲ ਕੇ ਨਾ ਕ੍ਰਿਸ਼ਨ ਭਗਵਾਨ ਦਾ ਨਾਂ ਲਿਖਿਆ। ਖਾਲਸਾ ਜੀ, माफ करना गुरु की संगत, तसव्वुर में चले आते तुम्हारा क्या बिगड़ता। तसव्वुर कहते ने ख्याल नूं, तसव्वुर में चले आते तुम्हारा क्या बिगड़ता। हमें दीदार हो जाता तुम्हारा पर्दा रह जाता। रेला गड्डियां सड़कों का जाल नहीं सी विछिया। द्वारका तुम साध संगत जी मथुरा बड़ी दूर पैंदा। कई दिन दे कच्चे राहां दे विचों सुदामा तुरदा जंगल दे कच्चे बेर खांदा। माफ करना, तेड़ लंगोटी, सिर ते फटिया पुराना कपड़ा। वो गरीब ब्राह्मण हाथ विच सोटी है, नंगे पैरी कड़क दी धुप विच तुरदा। ब्याइयां फटियां ने, वाटा मारदा। कहंदे ने लोकां नूं पुछदा कि द्वारका किथे है। बाबा नेड़े आ गई है। मुकदी गल की द्वारका पूरी पुजना। कृष्ण भगवान दे महल नजर आए। उधर एक कखां दी कुटिया जिहड़ी बादशाह दे पैण करके कदी चौंदी भी सी। माफ करना, दिल सोचदा भी कानू होना सी। एक महलां दे विच रहण वाला, एक महलां दे विच रहण वाला कृष्ण तैनू किथे पहचानेगा। मुकदी गल की गुरु की संगत। कहता चलो आए तो हाँ, हो चलते हैं। अगे पहरेदार दरबान गेट दे मूहरे गल च बंदूकां पाइयां दे खड़े ने। दिन का 1 बजे का समा। उत्थे कृष्ण भगवान दियां 360 राणियां। ये भी किते विचार करांगे। 15,108 गोलियां, बड़े बड़े राजे महाराजे देशां विदेशां दे। ते मुकदी गल की बड़े बड़े संत महात्मा बैठे ने। सत ते असत ते कृष्ण भगवान विचार कर रहे हैं। खालसा जी उपदेश दे रहे हैं। बिप सुदामा दालती बाल सिखाई मित्र सदाए। माफ करना गुरु की संगत। जाके दरवाजे नूं हथ पा के कहंदा, दरबाना नूं कहंदा प्रेमियों मैं कृष्ण मिलना। हस पे दोवें कहंदे बाबा कृष्ण
ਉਹ ਤੂੰ ਕੀ ਗੱਲ ਕਹਿਤੀ ਕ੍ਰਿਸ਼ਨ ਨੂੰ ਮਿਲਣਾ? ਪੈਰ ਤੇਰੇ 'ਚ ਜੁੱਤੀ ਨਹੀਂ, ਕੱਪੜੇ ਤੇਰੇ ਮੈਲੇ ਕੁਚੈਲੇ। ਉਹਦੀਆਂ ਅੱਖਾਂ ਦੇ ਵਿੱਚ ਕੋਈ ਦਇਆ ਸੀ, ਉਹਦੇ ਚਿਹਰੇ ਤੇ ਗਰੀਬੀ ਡਾਂਸ ਕਰਦੀ ਸੀ, ਉਹਦੇ ਬੁੱਲ ਸੁੱਕਦੇ ਸਨ। ਉਹ ਕਿਸੇ ਪਿਆਰ ਦਾ ਭੁੱਖਾ ਆਇਆ ਸੀ। ਇੱਕ ਵਾਰੀ ਕਹਿ ਦਿਓ ਵੈਰੂ ਗੋਬਿੰਦ ਭਾਓ ਭਗਤ ਕਾ। ਪਹਿਰੇਦਾਰਾਂ ਨੇ ਆਖਿਆ ਬਾਬਾ ਤੂੰ ਨਹੀਂ ਮਿਲ ਸਕਦਾ। ਤੂੰ ਇੱਥੇ ਤਾਂ ਬੜੇ ਬੜੇ ਰਾਜੇ ਮਹਾਰਾਜੇ ਆਉਂਦੇ ਨੇ, ਉਹ ਵਾਪਸ ਮੁੜ ਜਾਂਦੇ ਨੇ, ਤੂੰ ਕੀ ਗੱਲ ਕਰਨਾ? ਕ੍ਰਿਸ਼ਨ ਨੂੰ ਮਿਲਣਾ? ਹਾਂ। ਉਹ ਬੰਡਾਂ ਦੀ ਪੋਟਲੀ ਨੂੰ, ਚੌਲਾਂ ਦੀ ਗੰਢ ਨੂੰ ਉਹ ਬਗਲ ਦੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦਾ ਸੀ। ਕੀ ਲੈ ਕੇ ਆਇਆ ਇੱਕ ਰਾਜੇ ਵਾਸਤੇ? ਇੱਕ ਵਾਰੀ ਕਹਿ ਦਿਓ। ਮੁੱਕ ਦੀ ਗੱਲ ਕੀ ਸਾਧ ਸੰਗਤ, ਸਮਾਂ ਬੀਤਦਾ ਤੁਰਿਆ ਜਾਂਦਾ, ਉਹਨਾਂ ਤੂੰ ਨਹੀਂ ਮਿਲ ਸਕਦਾ। ਪਿੱਛੇ ਸਾਹਮਣੇ ਥੋੜੀ ਦੂਰੀ ਤੇ ਪੁੰਜੇ ਹੀ ਬੈਠ ਜਾਂਦਾ। ਆਪ ਮੁਹਾਰੇ ਮੂੰਹ ਚੋਂ ਗੱਲਾਂ ਨਿਕਲਦੀਆਂ ਨੇ। ਕ੍ਰਿਸ਼ਨ ਕਦੀ ਉਹ ਵੇਲਾ ਯਾਦ ਕਰੋ, ਆਪਾਂ ਇਕੱਠੇ ਪੜ੍ਹਦੇ ਸੀ। ਮੈਂ ਤੈਨੂੰ ਆਖਿਆ ਸੀ ਨਾ ਤੂੰ ਮੈਨੂੰ ਭੁੱਲ ਜਾਏਗਾ। ਕ੍ਰਿਸ਼ਨ ਮੈਂ ਇੱਕ ਛੋਲਿਆਂ ਦੀ ਮੁੱਠੀ ਬਦਲੇ ਝੂਠ ਬੋਲਿਆ ਸੀ। ਉਹ ਤੇਰੀ ਰਸਨਾ ਤੋਂ ਨਿਕਲਿਆ ਬੋਲ। ਜਾ ਕੰਗਾਲਾ, ਇੱਕ ਛੋਲਿਆਂ ਦੀ ਮੁੱਠੀ ਬਦਲੇ ਝੂਠ ਬੋਲ ਦਿੱਤਾ। ਮੈਨੂੰ ਗਰੀਬੀ ਤੋਂ ਵੀ ਥੱਲੇ ਲੈ ਗਿਆ। ਮਿੱਤਰ ਇੱਕ ਵਾਰੀ ਆਪਣੇ ਦੋਸਤ ਦਾ ਹਾਲ ਤਾਂ ਵੇਖ, ਆਪਣੇ ਬਚਪਨ ਸਾਥੀ ਦਾ ਹਾਲ ਤਾਂ ਵੇਖ। ਵਕਤ ਗੁਜ਼ਰਦਾ, ਸੁਦਾਮਾ ਉੱਠਦਾ, ਦੂਜੀ ਵਾਰੀ ਜਾਂਦਾ। ਦਰਬਾਨ ਕਹਿੰਦੇ ਕੀ ਗੱਲ ਕਰਤੀ, ਤੂੰ ਨਹੀਂ ਮਿਲ ਸਕਦਾ। ਫਿਰ ਪੁੰਜੇ ਪੈਂਦਾ। ਤੀਜੀ ਵਾਰੀ ਸੋਚਿਆ ਉਹ ਮੂਰਖ ਪਤਨੀ ਨੇ, ਘਰ ਵਾਲੀ ਨੇ ਜਿੱਦ ਕੀਤੀ। ਮੈਂ ਉਹਨੂੰ ਕਿਹਾ ਵੀ ਸੀ ਆਪਣਾ ਘਰ ਆਪਣਾ ਹੁੰਦਾ। ਤੀਜੀ ਵਾਰੀ ਉੱਠਿਆ, ਪਹਿਰੇਦਾਰਾਂ ਨੂੰ ਕਹਿੰਦਾ ਯਾਰ ਕਮਾਲ ਦੀ ਗੱਲ ਹੈ, ਤੁਸੀਂ ਕ੍ਰਿਸ਼ਨ ਨੂੰ ਕਹਿ ਦਿਓ, ਇੰਨਾ ਹੀ ਕਹਿ ਦਿਓ ਜਾ ਕੇ ਤੁਹਾਨੂੰ ਮਿਲਣ ਵਾਸਤੇ ਵਕਤ ਦੇ ਹਾਲਾਤਾਂ ਨਾਲ ਮਾਰਿਆ, ਸਮਾਜ ਦਾ ਦੁਰਕਾਰਿਆ, ਗਰੀਬੀ ਦਾ ਮਾਰਿਆ। ਤੁਹਾਡਾ ਬਚਪਨ ਸਾਥੀ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਭਾਈ ਸਾਹਿਬ ਕਹਿੰਦੇ ਨੇ ਹਰਜੂ ਛੋੜ ਸਿੰਘਾਸਣੇ ਆਏ। ਹਰਜੂ ਛੋੜ ਆਪਣੇ ਰਾਜ ਤਖਤ ਤੇ ਬੈਠੇ ਉਪਦੇਸ਼ ਕਰ ਰਹੇ ਸਨ। ਹਾਂ ਆਖਿਆ ਜਾਓ ਕਹਿ ਦੋ ਸੁਦਾਮਾ ਮਿਲਣ ਵਾਸਤੇ ਆਇਆ। ਮੇਰਾ ਇੱਕ ਸੁਨੇਹਾ ਤੇ ਦੇ ਦੋ, ਜਾਓ ਕਹਿ ਦੋ। ਪਹਿਰੇਦਾਰਾਂ ਦਾ ਅੱਗੇ ਵਧਣਾ। ਉਹਨਾਂ ਸਮਿਆਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਦੇ ਮੂਹਰੇ ਇੱਕ ਰੱਸੀ ਬੱਧੀ ਹੁੰਦੀ ਸੀ। ਅੱਗੇ ਟੱਲੀ ਬੱਧੀ ਹੁੰਦੀ ਸੀ, ਰੱਸੀ ਨੂੰ ਖਿੱਚਦੇ ਸਨ, ਟੱਲੀ ਅੱਗੇ ਵੱਜਦੀ ਸੀ। ਕ੍ਰਿਸ਼ਨ ਮਹਾਰਾਜ ਉਪਦੇਸ਼ ਕਰ ਰਹੇ ਸਨ। ਇੱਕਦਮ ਨਜ਼ਰ ਪਈ ਪਹਿਰੇਦਾਰ, ਕੀ ਗੱਲ ਹੈ, ਕੀ ਗੱਲ ਆ, ਕੀ ਗੱਲ ਆ? ਆਖਿਆ ਮਹਾਰਾਜ, ਉਹਨਾਂ ਨੂੰ ਤੁਹਾਨੂੰ ਪਤਾ ਨਹੀਂ ਤੇ ਵਿਚਾਰ ਚੱਲ ਰਹੀ ਹੈ। ਆਖਿਆ ਮਹਾਰਾਜ ਸੀ ਸਭ ਪਤਾ, ਕਹਿਣਾ ਨਹੀਂ ਸੀ ਚਾਹੁੰਦੇ। ਇੱਕ ਬੰਦਾ ਬੜਾ ਅਜੀਬ ਆਇਆ, ਅੱਖਾਂ ਦੇ ਵਿੱਚ ਦਇਆ, ਚਿਹਰੇ ਤੇ ਗਰੀਬੀ, ਗੱਲ ਕਰਦੇ ਬੁੱਲ ਸੁੱਕਦੇ ਨੇ, ਪਰ ਇੰਨੀ ਗੱਲ ਕਹਿੰਦਾ ਮੈਂ ਕ੍ਰਿਸ਼ਨ ਨੂੰ ਮਿਲਣਾ, ਕ੍ਰਿਸ਼ਨ ਨੂੰ ਮਿਲਣਾ। ਆਖਿਆ ਉਹਦਾ ਨਾਂ ਪੁੱਛੋ। ਕਹਿੰਦਾ ਮਹਾਰਾਜ, ਉਹਨੇ ਕਿਹਾ ਕ੍ਰਿਸ਼ਨ ਮਹਾਰਾਜ ਨੂੰ ਕਹਿ ਦੋ ਅੱਜ ਤੁਸੀਂ ਬਹੁਤ ਵੱਡੇ ਬਣ ਗਏ ਹੋ, ਮਾਫ ਕਰਨਾ, ਕਦੀ ਮੈਂ ਤੇ ਕ੍ਰਿਸ਼ਨ ਇਕੱਠੇ ਪੜ੍ਹਦੇ ਹੁੰਦੇ ਸਾਂ, ਮਾਫ ਕਰਨਾ। ਉਹਨੂੰ ਕਹਿ ਦੋ ਤੁਹਾਡਾ ਬਚਪਨ ਸਾਥੀ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਸੁਦਾਮਾ, 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 ਸੁਦਾਮਾ ਕਹਿੰਦੇ ਨੇ ਕ੍ਰਿਸ਼ਨ ਮਹਾਰਾਜ ਨੰਗੇ ਪੈਰੀ ਸਿੰਘਾਸਨ ਤੋਂ ਉੱਠ ਦੌੜੇ। ਉਹ ਸੁਦਾਮਿਆ, ਸੁਦਾਮਿਆ। ਆਖਿਆ ਮਹਾਰਾਜ ਨੂੰ 5-6 ਘੰਟੇ ਹੋ ਗਏ ਨੇ ਇੰਤਜ਼ਾਰ ਕਰਦੇ ਨੂੰ। ਆਂਦੇ ਸੁਦਾਮਿਆ, 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 ਤੂੰ ਸੁਦਾਮਿਆ, ਤੇਰਾ ਤਾਂ ਆਪਣਾ ਘਰ ਸੀ। ਕਹਿੰਦੇ ਨੇ ਰਾਜੇ ਮਹਾਰਾਜੇ ਦੇਸ਼ਾਂ ਵਿਦੇਸ਼ਾਂ ਤੋਂ ਆਏ, ਸੰਤ ਮਹਾਤਮਾ, ਰਾਣੀਆਂ ਮਹਾਰਾਣੀਆਂ, ਦਾਸੀਆਂ, ਗੋਲੀਆਂ ਵੇਖ ਕੇ ਹੈਰਾਨ ਹੋ ਗਈਆਂ। ਬੰਦਾ ਕਿਹੜਾ ਆ ਗਿਆ? ਅਜੇ ਗੇਟ ਬੰਦ ਸੀ। ਸੁਦਾਮੇ ਦੀਆਂ ਅੱਖਾਂ ਚੋਂ ਹੰਝੂ ਜਾ ਰਹੇ ਸੀ। ਕ੍ਰਿਸ਼ਨ ਮਹਾਰਾਜ ਨੇ ਆਖਿਆ ਦਰਵਾਜ਼ਾ ਖੋਲ ਦਿਓ, ਦਰਵਾਜ਼ਾ ਖੋਲੋ। ਦਰਵਾਜ਼ਾ ਖੋਲਿਆ ਗਿਆ। ਕ੍ਰਿਸ਼ਨ ਭਗਵਾਨ ਸੁਦਾਮੇ ਦੇ ਪੈਰਾਂ ਤੇ ਡਿੱਗ ਪਿਆ। ਹਰਜੂ ਛੱਡ ਕੇ ਸਿੰਘਾਸਣ ਆ ਗਿਆ। ਉਹ ਮਿਲਣ ਸੁਦਾਮੇ ਨੂੰ ਛੱਡ ਕੇ ਸਿੰਘਾਸਣ
ਕਿਤਨਾ ਆਗੇ ਸਿੰਘਾਸਣ ਆਗੇ ਨਤਨ ਮੇ ਸਿੰਘਾਸਣ ਆਗੇ ਮੈਨੂੰ ਨੋਤਦਾ ਮੈਨੂੰ कृष्ण भगवान सुदामे के चरणों पैरों ते टै पै सुदामिया सचमुच मैनू पता नहीं सुदामे मैनू माफ कर दी तेरा तो अपना घर सी सुदामे की जबान बंद सी अखां च बस हंझू केरा सन गलवकड़ियां पै गई सुख सांध पुछी परिवार ठीक है ना उहदे मूँह तो बस ये नहीं निकलता सी हाँ हाँ सुदामिया मेरी भरजाई ने मेरे खाने वास्ते जरूर कुछ भेजा होना उस वंडां दी पोटली नूं गठड़ी नूं सुदामा बगल दे विच लुकाउण दी कोशिश कर रहा सी ओह एडे वड्डे वक्त दे बादशाह दे सामने की लैके आया राजे दे सामने की लैके आया अख बचा के सुदामे दी बगल दे विचों ओह वंडां दी पोटली खिच ली खोल के वंड छकने शुरू किए खालसा जी वंड छकने वंडा ने फक्के मार मार के खाने शुरू करते सुदामिया मैनू तेरे प्यार की सौं लगे हुआ बड़ा समा बीत गया राज करदे नूं जो आनंद ना वंडा दे विच आया ना माफ करना गुरु की संगत इस राज दे विच नहीं मिलिया कहंदे अंदर लै गए राजे महाराजे देखते सुनो बंदा रविदास जी ने कहा मेरी हालत प्रभु इहो जी है दार्द देख सबको हसै गरीब नूं वेख के मीर हसदे ने दार्द देख सबको हसै ऐसी दशा हमारी ऐसी दशा हमारी कहंदे ने अंदर राजमहल दे अंदर लै गए जिथे हरीजा सो रहा सी सुदामे दा इशनान करवाया ओदे नवे कपड़े पहनाए सुदामे दे पैर धोते उस जल नूं आप पीता राणियां महाराणियां नूं पलाया ते नाले गल कही सुदामा उच्ची जाता यह जाता ब्राह्मण है खालसा जी सुदामा उच्ची जात दा समा अपनी चाल सजनों चलता रहिंदा संतोखी अज मंगांगा कल मंगांगा परसों मंगांगा मुकदी गल कि महीने दो दा समा गुजर गया पर कुछ नहीं मंगिया छुट्टी मंगी मुकदी गल कि भगवान ने आख्या समय सबबा ना बनते ने मुकदी गल कि कोई समा होर रहो सोचिया थोड़े दिन होर ठहरीए फिर मंग लांगे पर महीना फिर गुजर गया इधर खालसा जी कहते ने साध संगत जी जदों महीना गुजर गया छुट्टी मंगी बड़ी दूर तक छड्डण वास्ते आए तो सुदामा सोचदा कि कानू आना सी बच्चे भुखे मर गए होणगे मूर्ख औरत ने मजबूर कर दिता सुदामा बाटा मारदा द्वारका तो मथुरा पुजदा इधरों जो सुदामा ना कृष्ण महाराज के चरणों च पुजा सी कृष्ण महाराज ने विश्वकर्मा नूं भेज के ना भेजा जाओ सुदामे दा घर बना के आओ जदों विश्वकर्मा कहते ना सुदामे दे घर पुजया ना आख्या जी तुसी कौन हो जी ये घर बने आख्या जी मैनू कृष्ण भगवान ने भेजा कि जाओ सुदामे दा घर बना के आओ तुहाडा घर बनाउण वास्ते आया हाँ सुदामे दे घर वाले ने आख्या जे तुसी साडा घर बनाना बिल्कुल ना बनाओ
ਪਹਿਲਾਂ ਇਹਨਾਂ ਲੋਕਾਂ ਦਾ ਘਰ ਬਣਾਓ, ਇਹਨਾਂ ਲੋਕਾਂ ਦੇ ਘਰ ਬਣਾਓ ਜਿਨ੍ਹਾਂ ਦੇ ਆਸਰੇ ਅਸੀਂ ਆਪਣੀ ਜ਼ਿੰਦਗੀ ਦਾ ਬੜਾ ਔਖਾ ਸਮਾਂ ਕੱਟਿਆ। ਖਾਲਸਾ ਜੀ, ਇਹਨਾਂ ਲੋਕਾਂ ਦੇ ਘਰ ਬਣਾਓ ਪਹਿਲਾਂ। ਜਿਸ ਮੇਰਾ ਘਰ ਬਣਾਉਣਾ, ਹਾਂ ਮੇਰਾ ਘਰ ਬਿਲਕੁਲ ਨਾ ਬਣਾਇਓ, ਇਹਨਾਂ ਲੋਕਾਂ ਦੇ ਘਰ ਬਣਾਇਓ। ਦੇਖੀ ਸੰਤਨ ਕੀ ਮਤਰਾਈ, ਕਹਿੰਦੇ ਨੇ ਸਦਾਮ ਵਿਸ਼ਵਕਰਮਾ ਰਿੱਧੀਆਂ ਸਿੱਧੀਆਂ ਸ਼ਕਤੀਆਂ ਦਾ ਮਾਲਕ ਤੇ ਹੈ ਹੀ ਸੀ, ਸਾਰਾ ਮਥਰਾਈ ਕਹਿੰਦੇ ਨੇ ਖਾਲਸਾ ਜੀ ਬਣਾ ਕੇ ਰੱਖ ਦਿੱਤਾ। ਪਰ ਜਦੋਂ ਸੁਦਾਮਾ ਘਰ ਪੁੱਜਿਆ ਤੇ ਸੁਦਾਮੇ ਨੇ ਵੇਖਿਆ ਘਰ, ਉੱਥੇ ਮਹਿਲ ਖੜਾ ਸੀ। ਦੂਰੋਂ ਦੇਖਦਾ ਕਿ ਘਰ ਪਹਿਲਾਂ ਕੁਝ ਨਹੀਂ ਸੀ ਖਾਣ ਨੂੰ, ਕਿਸੇ ਅਮੀਰ ਨੇ ਢਾਲਿਆ ਹੋਣਾ, ਢਾ ਤਣ ਤੇ ਆਪਣਾ ਮਹਿਲ ਬਣਾ ਲਿਆ ਹੋਣਾ। ਪਰ ਜਦੋਂ ਅੱਗੇ ਪੁੱਜਦਾ ਮਹਿਲ ਦੇ ਵਿੱਚ ਸ਼ੀਲਾ ਨੇ ਆਵਾਜ਼ ਦਿੱਤੀ, ਪਤੀ ਦੇਵ। ਵੇਖ ਕੇ ਬੜਾ ਹੈਰਾਨ ਹੋਇਆ, ਸ਼ਾਇਦ ਕਿਰਾਏ ਤੇ ਰਹਿੰਦੇ ਨੇ। ਮੁੱਕਦੀ ਗੱਲ ਕੀ, ਕਿਰਾਇਆ ਕੀ ਸੀ? ਥੱਲੇ ਉਤਰੀ। ਸੁਦਾਮੇ ਨੇ ਪੁੱਛਿਆ ਕਿਹਦਾ ਘਰ ਹੈ? ਮਹਾਰਾਜ ਇਹ ਤੁਹਾਡਾ ਹੀ ਘਰ ਹੈ। ਜਦੋਂ ਤੁਸੀਂ ਦਵਾਰਕਾ ਗਏ ਸੀ ਨਾ, ਕ੍ਰਿਸ਼ਨ ਮਹਾਰਾਜ ਨੇ ਵਿਸ਼ਵਕਰਮਾ ਨੂੰ ਭੇਜਿਆ ਸੀ, ਸਾਰਾ ਸ਼ਹਿਰ ਹੀ ਬਣਾ ਦਿੱਤਾ, ਸਾਰੇ ਸ਼ਹਿਰ ਦੇ ਲੋਕਾਂ ਦੇ ਘਰ ਬਣਾ ਦਿੱਤੇ, ਨਾਲੇ ਪੈਸਾ ਇਹਨਾਂ ਭੇਜਿਆ, ਕਈ ਸਦੀਆਂ ਤੱਕ ਨਹੀਂ ਮਾਫ ਕਰਨਾ ਉਹ ਧਨ ਮੁੱਕਣਾ, ਯੁੱਗਾਂ ਤੱਕ ਦੁਨੀਆ ਜਦ ਤੱਕ ਰਹੂਗੀ। ਦੁਨੀਆ ਦੇ ਲੋਕੀ ਇੱਕ ਗਰੀਬ ਤੇ ਸਮੇਂ ਦੇ ਅਵਤਾਰ ਦੀ ਯਾਰੀ ਨੂੰ ਹਮੇਸ਼ਾ ਯਾਦ ਰੱਖਣਗੇ। ਖਾਲਸਾ ਜੀ, ਦੇਖੀ ਸੰਤਨ ਕੀ ਮਿਤਰਾਈ, ਮਾਫ ਕਰਨਾ ਗੁਰੂ ਕੀ ਸੰਗਤ। ਇਹਨੇ ਸ਼ਬਦ ਪ੍ਰਮਾਣ ਕਰੋ, ਗੁਰੂ ਨਾਲ ਮਿੱਤਰਤਾ ਪਾਲੋ। ਖਾਲਸਾ ਜੀ, ਜਗਤ ਮੈਂ ਝੂਠੀ ਦੇਖੀ, ਬਾਕੀ ਤਾਂ ਦੁਨੀਆ ਦੀਆਂ ਪ੍ਰੀਤਾਂ ਝੂਠੀਆਂ ਨੇ। ਇੰਨੇ ਕੁ ਸ਼ਬਦ ਪ੍ਰਵਾਨ ਕਰੋ ਜੀ। ਅੱਜ ਨੇਪਾਲ ਦੇ ਵਿੱਚ ਜੋ ਹੋਇਆ ਬਹੁਤ ਦੁੱਖ ਹੈ। ਖਾਲਸਾ ਜੀ, ਰੱਬ ਕਰੇ ਕਿਸੇ ਨਾਲ ਇੰਜ ਨਾ ਹੋਵੇ। ਇੱਕ ਵਾਰੀ ਕਹਿ ਦਿਓ ਬਹਿਰੂ, ਦਰਦਵੰਦ ਨੂੰ ਦਰਦ ਦੀ ਦਰਦ ਹੁੰਦੀ, ਬੇਦਰਦ ਨੂੰ ਦਰਦ ਦੀ ਦਰਦ ਕੀ ਹੈ? ਦਰਦ ਕਰਦ ਦੀ ਵੱਖਰਾ, ਜਾਣਦਾ ਕੱਟਣ ਵਾਲੇ ਦੀ ਜਾਣਦੀ ਕਰਦ ਕੀ ਹੈ? ਹਾਂ, ਜੇ ਇਹੀ ਪਿਆਰ ਦੁਨੀਆ ਦੇ ਵਿੱਚ ਆ ਜਾਏ, ਇਹ ਦੁਨੀਆ ਸਵਰਗ ਬਣ ਸਕਦੀ ਹੈ। ਇੰਨੇ ਸ਼ਬਦ ਪ੍ਰਵਾਨ, ਹੋਈਆਂ ਭੁੱਲਾਂ ਦੀ ਮਾਫੀ। ਕੱਲ ਦਾ ਕੀਰਤਨ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਹੋਵੇਗਾ। ਉਸ ਤੋਂ ਬਾਅਦ ਸੋਨੀ ਸਾਹ ਦੇ ਪਾਠ ਇੱਥੇ ਸ਼ੁਰੂ ਹੁੰਦੇ ਨੇ। ਕੱਲ ਇੱਥੇ ਆਖਰੀ ਦੀਵਾਨ ਹੈ, ਫਿਰ ਕਿਤੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਮਾਫ ਕਰਨਾ ਕਰਾਂਗੇ। ਵੱਧ ਤੋਂ ਵੱਧ ਗੁਰੂ ਘਰ ਆਇਆ ਕਰੋ। ਮੈਂ ਤਾਂ ਕਹਿੰਦਾ ਤਿੰਨੇ ਟਾਈਮ ਹੀ ਲੰਗਰ ਇੱਥੇ ਛਕਿਆ ਕਰੋ, ਨਾਲੇ ਪਕਾਇਆ ਕਰੋ, ਨਾਲੇ ਖਾਇਆ ਕਰੋ। ਇਹ ਮੁੱਕਣਾ ਕਿਤੇ ਖਜ਼ਾਨਾ ਖਾਲਸਾ ਜੀ ਮੁੱਕ ਨਹੀਂ ਸਕਦਾ। ਖਾਵਾ ਖਰਚਾ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਤੋਂ ਜਾਈ। ਹੁਣ ਗੁਰੂ ਸਤੋਤਰ ਪੜਿਆ ਜਾਏਗਾ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ, ਤਨ ਹੈ ਪੰਖ ਪੰਖ ਤਨ ਹੈ ਗੁਰੂ ਅਮਰਦਾਸ ਜੀ, ਤਨ ਹੈ ਤਨ ਹੈ ਗੁਰੂ ਰਾਮਦਾਸ ਜੀ, ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ, ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ, ਤਨ ਹੈ ਤਨ ਹੈ ਗੁਰੂ ਈਰੀਆਰ ਰਾਜ, ਤਨ ਹੈ ਤਨ ਹੈ ਗੁਰੂ ਈਰੀਆਰ ਕ੍ਰਿਸ਼ਨ ਜੀ,
ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤੇਰਾ ਪੰਥ ਕਾਲ ਦਾ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਛੂ ਨਾ ਲੱਗੂਗਾ ਬੋਲ ਪਿਆਰਿਆ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਇਹਨਾਂ ਕੇ ਸ਼ਬਦ ਪ੍ਰਮਾਣ ਕਰੋ ਹੋਈਆਂ ਭੁੱਲਾਂ ਦੀ ਮਾਫੀ ਫਿਰ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗੇ ਰਿਕਵੈਸਟ ਕਰਾਂਗੇ ਜਾ ਕੇ ਇੰਡੀਆ ਗਵਰਨਮੈਂਟ ਨੂੰ ਕਿ ਜੇ ਸਾਨੂੰ ਸਿਕਿਉਰਿਟੀ ਮਿਲ ਜਾ ਤੇ ਏਅਰਫੋਰਸ ਦਾ ਇੱਕ ਜਹਾਜ਼ ਹੁੰਦਾ ਮਾਫ ਕਰਨਾ ਜਿਹਦੇ ਤੇ ਕਾਫੀ ਸਮਾਨ ਚਲਾ ਜਾਂਦਾ ਟਰਾਈ ਮਾਈ ਬੈਸਟ ਕਿ ਕਠਮੰਡੂ ਨੇਪਾਲ ਦੇ ਵਿੱਚ ਵੀ ਲੰਗਰ ਲਾਏ ਜਾਣ ਵਿੱਚ ਦੁਨੀਆ ਸੇਵਾ ਕਮਾਈਏ ਬਾਣੀ ਤੇ ਚੱਲਣਾ ਕੋਈ ਸੌਖਾ ਹੈ ਲੰਗਰ ਸਿਰਫ ਇੱਥੇ ਚੱਲਦਾ ਲੰਗਰ ਤੇ ਮੈਦਾਨ 'ਚ ਪਾਣੀ ਪਿਲਾਈ ਜਾਂਦਾ ਸੀ ਉੱਥੇ ਤੋਪਾਂ ਵਰਦੀਆਂ ਸਨ ਪਈਆਂ ਇੱਕ ਪਾਸੇ ਗੁਰੂ ਕੋਈ ਸਿੱਖ ਸਨ ਦੂਜੇ ਪਾਸੇ ਮੁਸਲਮਾਨ ਸਨ ਭਾਈ ਕਨ੍ਹਈਆ ਤੇ ਉੱਥੇ ਵੀ ਸੇਵਾ ਕਰੀ ਜਾਂਦਾ ਸੀ ਮਾਫ ਕਰਨ ਵਿੱਚ ਦੁਨੀਆ ਸੇਵ ਕਮਾਈਏ ਤੰਦਰ ਕੇ ਫੈਸਣ ਪਾਈਏ ਕੋ ਨਾਨਕ ਬਾਹੀਂ ਲੜਾਈਏ ਵਧੀਆਂ ਬੰਦ ਕਰ ਦੇ ਜੇ ਚੰਗੇ ਨਹੀਂ ਕਰ ਸਕਦੇ ਮਾੜੇ ਕੰਮ ਬੰਦ ਕਰ ਦਿਓ ਵਧੀਆਂ ਬੰਦ ਕਰ ਦੇ ਬਾਬਾ ਵਿਧੀ ਚੰਦਾ ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ ਤੂੰ ਜੂੰਦਿਆਂ ਨੂੰ ਕਾਹਨੂੰ ਮਾਰਦਾ ਜੇ ਤੂੰ ਮਰਿਆਂ ਨੂੰ ਨਹੀਂ ਜਵਾਉਣ ਜੋਗਾ ਤੂੰ ਹੱਸਦਿਆਂ ਨੂੰ ਕਾਹਨੂੰ ਰਵਾਉਂਦਾ ਜੇ ਤੂੰ ਹੱਸਦੇ ਨਹੀਂ ਹਸਾਉਣ ਜੋਗਾ ਮਾਫ ਕਰਨਾ ਤੂੰ ਮਿਲਦਿਆਂ ਨੂੰ ਕਾਹਨੂੰ ਵਿਛੋੜਦਾ ਜੇ ਤੂੰ ਵਿਛੜੇ ਨਹੀਂ ਮਲਾਉਣ ਜੋਗਾ ਦਰ ਆਏ ਫਕੀਰ ਨੂੰ ਝਿੜਕਦਾ ਕਿਉਂ ਹੈ ਜੇਕਰ ਪੱਲਿਓ ਨਹੀਂ ਕੁਝ ਪਾਉਣ ਜੋਗਾ ਇੰਨੇ ਸ਼ਬਦ ਪ੍ਰਮਾਣ ਸੱਚ ਮੈਂ ਤਾਂ ਪਰਸੋਂ ਕੀਰਤਨ ਤੇ ਕਿਹਾ ਸੀ ਕਿ ਕਿਤੇ ਪੜ੍ਹਦੇ ਹੁੰਦੇ ਸਨ ਬਾਰਿਸ਼ਾਂ ਬੜੀਆਂ ਪੈਣ ਗਈਆਂ ਸਾਧ ਸੰਗਤ ਜੀ ਦੁਨੀਆ ਦੀ ਮਾਫ ਕਰਨਾ ਇੱਕ ਹਸਪਤਾਲ ਸੀ ਜਿਹਦੇ ਵਿੱਚ 300 ਡਾਕਟਰ ਸਨ 700 ਨਰਸਾਂ ਸਨ ਔਰ ਉਸ ਹਸਪਤਾਲ ਦੇ ਵਿੱਚ ਹਰ ਸਮੇਂ ਘੱਟ ਤੋਂ ਘੱਟ 5000 ਮਰੀਜ਼ ਰਹਿੰਦਾ ਸੀ ਅਹਿਮਦਾਬਾਦ ਗੁਜਰਾਤ ਦੇ ਵਿੱਚ ਜਦੋਂ ਅਰਥਕੁਐਕ ਆਇਆ ਨਾ ਉਸ ਹਸਪਤਾਲ ਦਾ ਹੀ ਨਹੀਂ ਪਤਾ ਲੱਗਾ ਖਾਲਸਾ ਜੀ ਉਸ ਬਿਲਡਿੰਗ ਦਾ ਹੀ ਨਹੀਂ ਪਤਾ ਲੱਗਾ ਬੜੀ ਕੋਸ਼ਿਸ਼ ਕੀਤੀ ਬੰਦੇ ਦੇ ਕੀ ਮਿਲਣੇ ਸਨ ਜਦੋਂ ਭੋਜ ਲੰਗਰ ਲਾਇਆ ਨਾ ਉੱਥੇ ਦੇ ਬੜੇ ਬੜੇ ਅਮੀਰ ਬੰਦੇ ਕਹਿੰਦੇ ਸਨ ਸੰਤ ਜੀ ਜਦੋਂ ਸਾਡੇ ਘਰ ਨਾ
ਕੋਈ ਮੰਗਤਾ ਹੁੰਦਾ ਸੀ ਅਸੀਂ ਕਹਿੰਦੇ ਜਾ ਜਾ करके खा लेना, मांगता फिरता। कहते ने वक्त ने हमें अब बताया कि मजबूरी क्या होती है, कि मजबूरी क्या होती है। कहते संत जी अब जब कोई हमारे घर में आएगा ना हम उसको न खाली नहीं मोड़ेंगे, उसको खाली नहीं मोड़ेंगे। जदों सिर ते पैंदी फिर पता लगता खालसा जी इन्ने शब्द भगवान वाहिगुरू कृपा करे, सतगुर किरपा करन, दुनिया सुखी वसती रह, तुसी हसदे रहो, सिक्की दे राह ते चलदे रहो, फिर नानक नाम चढ़दी कला तेरे पाने सरबता भला। वैसे तो टीवी काफ़ी समय तो देखना बंद किया सी। अज इन्होंने सिंघां ने कहा बाबा जी नेपाल दे विच बड़ा तूफान आया, माफ़ करना अर्थक्वैक होया, होर भी थावां ते आया, पर सतगुरु करन किरपा, बाबा जी करन मेहर, सच्चे पातशाह किरपा करो। माड़े हाँ तां माड़ा संसार तां तेरा, चंगा तां तेरा, पर करो किरपा वाल न विंगा होआ, विच करता पुरख खलोआ वाल न विंगा होआ। सतगुरु पातशाह जी सरबत दे सिर ते मेहर भरे हत्थ रखो, सारियां दे घरां च खुशियां बख्शो, केड़े बख्शो, चढ़दी कला बख्शो। हुण अरदास होवेगी।